ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਐਸਐਮਸੀ ਕਲਾਸ ਯੂਐਸਏ ਚ ਬਹੁਤ-ਬਹੁਤ ਸਵਾਗਤ ਹੈ ਜੀ। ਤੋਂ ਸਾਧ ਸੰਗਤ ਜੀ, ਮੰਗਲਵਾਰ ਭਾਵੇਂ ਹਰ ਵਾਰੀ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸ਼ਲੋਕ ਸੰਸਕ੍ਰਿਤੀ ਜੋ ਚੱਲ ਰਹੇ ਨੇ ਉਹਨਾਂ ਦੀ ਵਿਆਖਿਆ ਕਰਦੇ ਨੇ, ਪਰੰਤੂ ਉਹ ਜਿਸ ਦੇਸ਼ 'ਚ ਗਏ ਨੇ ਉਹਦੇ ਨੈਟਵਰਕ ਪ੍ਰੋਬਲਮ ਹੋਣ ਕਰਕੇ ਅੱਜ ਉਹ ਨਹੀਂ ਆ ਰਹੇ। ਤੇ ਅੱਜ ਸਾਡੇ ਨਾਲ ਹਰਜੀਤ ਸਿੰਘ ਜੀ ਜੁੜੇ ਨੇ ਜੀ। ਇਹ ਧੰਨ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਜੀਵਨ ਬਾਰੇ ਸਾਨੂੰ ਉਹਨਾਂ ਦੇ ਜੀਵਨ ਜਾਂ ਉਹਨਾਂ ਦੇ ਜਿਹੜੇ ਮੇਜਰ ਕਾਰਨਾਮੇ ਨੇ ਉਹਨਾਂ ਬਾਰੇ ਜਾਣਕਾਰੀ ਦੇਣਗੇ। ਭਾਵੇਂ ਜੋ ਕੈਲੰਡਰਾਂ ਦਾ ਝਗੜਾ ਤੁਹਾਨੂੰ ਪਤਾ ਹੀ ਹੈ ਜੀ, ਡੇਟਾਂ ਅੱਗੇ ਪਿੱਛੇ ਆ ਜਾਂਦੀਆਂ ਨੇ, ਤੇ ਪਰ ਕਿਉਂਕਿ ਉਹਨਾਂ ਦਾ ਪੁਰਬ ਜਿਹੜਾ ਉਹ ਇਹਨਾਂ ਤਰੀਕਾਂ 'ਚ ਹੈ, ਤਾਂ ਮੈਂ ਫਿਰ ਬੇਨਤੀ ਕਰ ਰਿਹਾ, ਭਾਵੇਂ ਵਿਗੜੇ ਕੈਲੰਡਰ ਤੇ ਨਾਨਕਸ਼ਾਹੀ ਕੈਲੰਡਰ 'ਚ ਫਰਕ ਹੈ, ਪਰ ਚਲੋ ਕੋਈ ਗੱਲ ਨਹੀਂ, ਸਾਨੂੰ ਉਹਦੇ ਨਾਲ ਮਤਲਬ ਨਹੀਂ। ਮਤਲਬ ਤੇ ਇਹ ਹੈ ਕਿ ਅਸੀਂ ਗੁਰੂ ਰਾਮਦਾਸ ਜੀ ਪਾਤਸ਼ਾਹ ਬਾਰੇ ਜੋ ਕੁਝ ਹੋਰ ਗਿਆਨ ਪ੍ਰਾਪਤ ਕਰ ਸਕੀਏ, ਕਿਉਂਕਿ ਮਹਾਰਾਜ ਦੇ ਇੰਨੇ ਕੌਤਕ ਨੇ ਕਿ ਆਪਾਂ ਜਿੰਨੇ ਵੀ ਬੋਲਣ ਵਾਲੇ ਤੋਂ ਸੁਣੀਏ ਜਾਂ ਲਿਖਤਾਂ ਪੜ੍ਹੀਏ ਉਨੀਆਂ ਹੀ ਥੋੜ੍ਹੀਆਂ ਨੇ। ਤੋ ਜਿੰਨੇ ਕੁ ਅੱਜ ਸਮੇਂ 'ਚ ਹੋ ਸਕੇਗਾ ਸਰਜੀਤ ਸਿੰਘ ਜੀ ਸਾਨੂੰ ਦੱਸਣਗੇ। ਉਹਨਾਂ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਸ਼ੁਰੂ ਕਰੋ ਜੀ। ਜੀਵਨੀ ਸ੍ਰੀ ਗੁਰੂ ਰਾਮਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਆਗਮਨ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 9 ਅਕਤੂਬਰ ਨੂੰ ਹਰ ਸਾਲ ਆਉਂਦਾ ਹੈ, ਜੋ ਸਿੱਖ ਸੰਗਤਾਂ ਨੇ 2003 ਤੋਂ ਲੈ ਕੇ 2010 ਤੱਕ ਇਸੇ ਹੀ ਤਰੀਕ ਨੂੰ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਪੁਰਬ ਮਨਾਇਆ। ਆਪਸ ਵਿੱਚ ਕੋਈ ਦੁਬਿਧਾ ਹੋਣ ਕਰਕੇ ਤਰੀਕਾਂ ਨੂੰ ਅਦਲਾ ਬਦਲੀ ਕਰ ਦਿੱਤੀ ਗਈ, ਲੇਕਿਨ ਅਸੀਂ ਸਤਿਗੁਰੂ ਜੀ ਦੇ ਪਾਵਨ ਆਗਮਨ ਦੀਆਂ ਗੱਲਾਂ ਤੇ ਸਤਿਗੁਰੂ ਜੀ ਦੀਆਂ ਪਾਵਨ ਜੀਵਨ ਸਿਧਾਂਤ, ਉਹਨਾਂ ਦੀ ਬਾਣੀ ਬਾਰੇ ਕੁਝ ਵਿਚਾਰ ਅੱਜ ਆਪ ਜੀ ਨਾਲ ਸਾਂਝੇ ਕਰਾਂਗੇ। ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵੱਲ ਜਦੋਂ ਝਾਤ ਮਾਰਦੇ ਹਾਂ, ਨਿਮਰਤਾ ਦੀ ਸਾਖਸ਼ਾਤ ਮੂਰਤੀ, ਪਿਆਰੇ ਪ੍ਰੀਤਮ ਦੇ ਪਿਆਰ ਵਿੱਚ ਰੰਗੇ ਹੋਏ, ਪਰਮਾਤਮਾ ਦੇ ਗੁਣਾਂ ਦੇ ਗਾਹਕ, ਸਮੁੰਦਰ ਵਾਂਗੂ ਵਿਸ਼ਾਲ ਹਿਰਦੇ ਦੇ ਮਾਲਕ, ਗਹਿਰੇ ਸ਼ਾਂਤ ਹਿਰਦੇ ਗਹਿਰ ਗੰਭੀਰ ਸਤਿਗੁਰੂ, ਰਾਜ ਵਿੱਚ ਜੋਗ ਮਾਨਣ ਵਾਲੇ ਗੁਰੂ ਅਮਰਦਾਸ ਮਹਾਰਾਜ ਤੋਂ ਸ਼ਬਦ ਦਾ ਨਿਸ਼ਾਨ, ਸ਼ਬਦ ਦੀ ਰਾਹਦਾਰੀ ਲੈ ਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਭਾਈ ਗੁਰਦਾਸ ਜੀ ਅਨੁਸਾਰ ਬਾਬਾ ਨੇ ਗੁਰੂ ਨਾਨਕ ਦੀ ਕੁਲ ਵਿੱਚ ਇਹ ਪਵਿੱਤਰ ਅਸ਼ੋਕ ਕਮਲ ਵਰਗਾ ਹੈ। ਬਾਬਾਣੇ ਕੁਲ ਕਮਲ ਅਛੋਤਾ। ਵਾਰ 24ਵੀਂ ਦੀ 15ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਇਹ ਸ਼ਬਦ ਜ਼ਿਕਰ ਕੀਤੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਹਿਰਦਾ ਬਚਪਨ ਤੋਂ ਹੀ ਕਿਰਤ, ਸੇਵਾ, ਸਿਮਰਨ, ਨਿਮਰਤਾ, ਸਹਿਨਸ਼ੀਲਤਾ, ਪਰਉਪਕਾਰ, ਆਪਸੀ ਪਿਆਰ, ਸਾਂਝੀਵਾਲਤਾ, ਅਨੇਕਾਂ ਹੀ ਐਸੇ ਗੁਣ ਹਨ ਜੇ ਰੂਹਾਨੀ ਗੁਣਾਂ ਨਾਲ ਭਰਿਆ ਹੋਇਆ ਹਿਰਦਾ ਮਿਲਦਾ ਹੈ। ਪਹਿਲੇ 3 ਗੁਰੂ ਸਾਹਿਬਾਨ ਵਾਂਗ ਆਪ ਜੀ ਨੇ ਵੀ ਗੁਰਮਤਿ ਦੇ ਸਿਧਾਂਤਾਂ ਨੂੰ ਅਮਲੀ ਰੂਪ ਵਿੱਚ ਅਪਣਾਇਆ, ਅਮਲੀ ਰੂਪ ਵਿੱਚ ਪ੍ਰਚਾਰਿਆ ਅਤੇ ਸੰਸਾਰ ਦੀ ਇਸ ਲੁਕਾਈ ਨੂੰ ਠੰਡਕ ਪਹੁੰਚਾਈ। ਬਹੁਤ ਨਿਮਰਤਾ ਵਾਲੇ, ਗਰੀਬੀ ਸੁਭਾਅ ਵਾਲੇ ਸਤਿਗੁਰੂ ਜੀ ਨੇ ਬਿਨਾਂ ਕਿਸੇ ਭਿੰਨ ਭਾਵ ਤੋਂ, ਬਿਨਾਂ ਕਿਸੇ ਫਰਕ ਤੋਂ, ਬਿਨਾਂ ਕਿਸੇ ਜਾਤ ਪਾਤ, ਨਸਲ, ਰੰਗ ਰੂਪ ਤੋਂ ਮਨੁੱਖਤਾ ਦੀ ਸੇਵਾ ਕੀਤੀ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਜੀਵਨ ਦੀਆਂ ਸੇਧਾਂ ਬਖਸ਼ੀਆਂ ਹਨ। ਜਿਸ ਸ਼ਬਦ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗਾਇਆ, ਰਵਾਬ ਦੀਆਂ ਤੰਦਾਂ ਵਿੱਚ ਪਾ ਕੇ ਗਾਇਆ, ਜਿਸ ਦੇ ਅੱਖਰਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਦਾ ਲਈ ਸੁਰੱਖਿਅਤ ਕਰਨ ਲਈ
ਗੁਰੂ ਅਮਰਦਾਸ ਮਹਾਰਾਜ ਨੇ ਜਿਸ ਦਾ ਗੱਫਾ ਖੁੱਲਾ ਵਰਤਾਇਆ, ਉਸ ਸ਼ਬਦ ਦੇ ਨਗਾਰੇ ਨੂੰ, ਉਸ ਸ਼ਬਦ ਦੇ ਧੌਂਸੇ ਨੂੰ ਸਾਰੇ ਸੰਸਾਰ ਵਿੱਚ ਵਜਾਉਣ ਦੇ ਲਈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਬਹੁਤ ਹੀ ਯੋਗਦਾਨ ਪਾਇਆ ਹੈ। ਭੱਟ ਕੀਰਤ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਬਾਰੇ ਲਿਖਦੇ ਹਨ, ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ। ਕੱਲ ਭੱਟ ਇਹ ਗੱਲ ਆਖਦਾ ਹੈ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੂੰ ਤਾਂ ਸ਼ਬਦ ਦਾ ਨਗਾਰਿਆਂ ਨੂੰ ਵਜਾਇਆ ਹੈ। ਤਖ਼ਤ ਛਤਰ ਦੇ ਮਾਲਕ, ਇੱਕੋ ਟਕਸਾਲ ਸੂਫੀ ਸਿੱਕੇ ਨੂੰ ਘੜਨ ਵਾਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਜਦੋਂ ਸੱਚੇ ਦਰਗਾਹੀ ਤਖਤ ਤੇ ਬਿਰਾਜਮਾਨ ਹੋਏ, ਜਿਨ੍ਹਾਂ ਨੂੰ ਦਰਗਾਹ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਹੋਈ ਬਖਸ਼ਿਸ਼ ਦੇ ਨਾਲ ਜਿਸ ਤਖਤ ਦਾ ਆਨੰਦ ਮਿਲਿਆ, ਉਹਨਾਂ ਦੇ ਜਦੋਂ ਸ਼ਬਦ ਭਾਈ ਨੰਦ ਲਾਲ ਸਿੰਘ ਦੇ ਅਸੀਂ ਪੜ੍ਹਦੇ ਹਾਂ ਤੇ ਕਮਾਲ ਦੀਆਂ ਗੱਲਾਂ ਭਾਈ ਨੰਦ ਲਾਲ ਸਿੰਘ ਜੀ ਲਿਖਦੇ ਹਨ। ਰੱਬ ਨੇ ਆਪ ਹੀ ਤਖਤ ਉਚੇਰਾ ਕੀਤਾ ਤੇ ਉਸ ਨੂੰ ਹਰ ਖੁਸ਼ੀ ਤੇ ਖੁਸ਼ਖਬਰੀ ਨਾਲ, ਖੁਸ਼ਬਖਤੀ ਨਾਲ ਸਜਾਇਆ। ਭਾਈ ਨੰਦ ਲਾਲ ਜੀ ਲਿਖਦੇ ਹਨ, ਸਾਰੇ ਵਿਸ਼ੇਸ਼ਕਾਂ ਨੂੰ ਉਸਦੇ ਪੈਰੀ ਪਾਇਆ, ਉਸ ਦਾ ਜਿੱਤ ਦਾ ਝੰਡਾ ਸਾਰੇ ਪਾਸੇ ਬੁਲੰਦ ਕੀਤਾ। ਉਸ ਨੇ ਗੁਰੂ ਨਾਨਕ ਦੀ ਪਹਿਲੀ ਪਾਤਸ਼ਾਹੀ ਨੂੰ ਆਪਣੀ ਨੂਰਾਨੀ ਕਿਰਨਾਂ ਨਾਲ ਰੋਸ਼ਨ ਕੀਤਾ। ਰਾਮਦਾਸ ਗੁਰੂ ਵੀ ਉਸੇ ਨੂਰ ਦਾ ਚੜ੍ਹਦਾ ਪਾਸਾ ਸਾਨੂੰ ਦੇਖਣ ਵਿੱਚ ਆਉਂਦਾ ਹੈ। ਉਹ ਸਿੱਦਕ ਸਿਪਾਹੀ ਦੀ ਸਲਤਨਤ ਦਾ ਨਿਗਾਹਬਾਨ ਹੈ। ਉਹ ਪਾਤਸ਼ਾਹ ਤੇ ਫਕੀਰ ਵੀ ਹੈ। ਉਹ ਵੱਡੇ ਵੱਡੇ ਸਰਦਾਰਾਂ ਤੇ ਤਾਜਾਂ ਦਾ ਬਹੁਮੁੱਲਾ ਇੱਕ ਤਾਜ ਹੈ। ਛੋਟੇ ਵੱਡੇ ਬਾਦਸ਼ਾਹ ਦੇ ਫਕੀਰ ਸਭ ਸੱਚੇ ਦਿਲੋਂ ਸਕੇ ਸਿਜਦਾ ਕਰਦੇ ਹਨ। ਭਾਈ ਨੰਦ ਲਾਲ ਸਿੰਘ ਜੀ ਐਸੇ ਬਚਨ ਭਾਈ ਗੁਰੂ ਰਾਮਦਾਸ ਮਹਾਰਾਜ ਦੇ ਸੰਬੰਧ ਵਿੱਚ ਲਿਖਦੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਬੜੀ ਦ੍ਰਿੜਤਾ ਨਾਲ ਕਹੀ ਕਿ ਨਿਹਚਲ ਸਦਾ ਕਾਇਮ ਰਹਿਣ ਵਾਲੀ ਪਾਤਸ਼ਾਹੀ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ। ਬਾਕੀ ਸੰਸਾਰ ਦੇ ਪਾਤਸ਼ਾਹ, ਅਮੀਰ, ਚੌਧਰੀ, ਧਨਵੰਤ, ਕੁਲਵੰਤ ਇੱਥੇ ਆਉਂਦੇ ਹਨ ਤੇ ਇੱਥੇ ਆ ਕੇ ਆਪਣਾ ਧੌਂਸੇ ਵਜਾ ਕੇ ਤੁਰ ਜਾਂਦੇ ਹਨ। ਸੁੰਬੇ ਦੇ ਫੁੱਲ ਵਾਂਗੂ ਉਹਨਾਂ ਦੇ ਜੀਵਨ 4 ਦਿਹਾੜੀ ਦਾ ਹੁੰਦਾ ਹੈ। ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸੇ ਮਨ ਮੇਰੇ, ਸਭ ਵਿੰਸ ਜਾਏ ਜੋ ਰੰਗ ਕੁਸੁਮ ਕਚਾਰ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਬਚਨ ਆਉਂਦਾ ਹੈ। ਇਸ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਲੱਗਣਾ, ਉਹਨਾਂ ਦੇ ਜੀਵਨ ਗਾਥਾ ਨੂੰ ਪੜ੍ਹਨਾ, ਸਤਿਗੁਰੂ ਜੀ ਦੀ ਬਾਣੀ ਦਾ ਇੱਕ ਮਹੱਤਵਪੂਰਨ ਜੋ ਸਬਜੈਕਟ ਹੈ ਉਹ ਗੁਰੂ ਪਿਆਰ ਹੈ, ਉਹ ਇੱਕ ਵਿਰਾਗ ਹੈ। ਗੁਰੂ ਦੇ ਉਪਦੇਸ਼ ਹਨ ਔਰ ਗੁਰੂ ਉਪਦੇਸ਼ ਕਮਾਉਣ ਨਾਲ ਜੋ ਕੁਝ ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰਾਪਤ ਹੋਇਆ, ਉਹਨਾਂ ਦੀ ਬਾਣੀ ਵਿੱਚ ਉਹ ਸਾਰੀ ਤੜਫ ਨਜ਼ਰ ਆਉਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਬਾਰੇ ਕੁਝ ਗੱਲਾਂ ਲਿਖਦੇ ਹਨ ਕਿ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪ੍ਰੀਤ ਦੀ ਇੱਕ ਵਗਦੀ ਹੋਈ ਨਦੀ ਦੇ ਬਰਾਬਰ ਹੈ, ਜਿਸ ਦੀ ਪਿਆਰੀ ਮਿੱਠੀ ਧੁਨ ਪ੍ਰੀਤਮ ਲਈ ਤੜਫਦੀ, ਉਸਦੇ ਦਰਸ਼ਨ ਦੀ ਝਲਕ ਦੇ ਕੀਲ ਲੈਣ ਵਾਲੇ ਜਾਦੂ ਅਸਰ ਨੂੰ ਗਾਉਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਇਹ ਸ਼ਬਦ ਆਪਣੇ ਗੁਰੂ ਰਾਮਦਾਸ ਮਹਾਰਾਜ ਦੇ ਸੰਬੰਧ ਵਿੱਚ ਇਹ ਲਿਖਦੇ ਹਨ। ਡਾਕਟਰ ਕੁਲਦੀਪ ਸਿੰਘ ਜੀ ਦੀ ਜਦੋਂ ਅਸੀਂ ਅੱਗੇ ਜਾ ਕੇ ਵੀ ਜ਼ਿਕਰ ਕਰਾਂਗਾ, ਪਰ ਥੋੜੀ ਜਿਹੀਆਂ ਗੱਲਾਂ ਉਹਨਾਂ ਦੀਆਂ ਜ਼ਿਕਰ ਕਰੀਏ ਤਾਂ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਸ਼ਖਸੀਅਤ ਬਾਰੇ ਕੁਝ ਬਹੁਤ ਹੀ ਪਿਆਰ ਭਰੇ ਬੋਲ ਲਿਖੇ ਹਨ। ਡਾਕਟਰ ਕੁਲਦੀਪ ਸਿੰਘ ਹੋਰਾ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੀ ਜੀਵਨੀ ਲਿਖੀ, ਉਹਨਾਂ ਨੇ ਜੋ ਲਿਖਿਆ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਸੀਮ ਹਿਰਦੇ ਵਿੱਚੋਂ ਫੁੱਟਿਆ ਨਿਰਗੁਣ ਧਾਰਾ ਦਾ ਇਹ ਚਸ਼ਮਾ, ਇਹ ਸਮੁੰਦਰ ਇੱਕ ਅਨੋਖੀ ਦਿਖਦਾ ਹੈ। ਇਹ ਸੋਮੇ ਦੇ ਅੰਮ੍ਰਿਤ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਅਨੋਖੀ ਪ੍ਰਤਿਭਾ ਦੇ ਕ੍ਰਿਸ਼ਮੇ ਨੂੰ ਜਨਮ ਦਿੱਤਾ। ਇੱਕ ਜੀਵਿਆ, ਜਿੰਨਾ ਵੀ ਕੋਈ ਵਿਅਕਤੀ ਆਪਣੇ ਜੀਵਨ ਨੂੰ ਰਹੱਸਵਾਦੀ ਭਾਵੁਕਤਾ ਵਿੱਚ ਜੀਵੇਗਾ, ਉਤਨਾ ਹੀ ਉਹ ਆਪੇ ਦਾ ਪ੍ਰਗਟ ਕਰੇਗਾ। ਵਿਅਕਤੀ ਦੀ ਆਤਮਾ ਹੀ ਉਸ ਦੇ ਭਾਵਕ ਜਗਤ ਵਿੱਚ ਵਿਚਰਦੀ ਹੈ। ਅਨੁਭਵੀ ਆਤਮਾ ਹੀ ਉਸ ਪ੍ਰਕਾਸ਼ਵਾਨ ਦਾ ਪ੍ਰਕਾਸ਼ ਪਾ ਸਕਦੀ ਹੈ, ਉਸ ਪ੍ਰਕਾਸ਼ ਨੂੰ ਅੱਗੋਂ ਬਣ ਸਕਦੀ ਹੈ। ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਨੂੰ ਭੱਟਾਂ ਨੇ ਇੱਕੋ ਹੀ ਲਾਈਨ ਵਿੱਚ, ਇੱਕੋ ਹੀ ਸਤਰ ਵਿੱਚ ਨਿਖੇੜ ਕੇ ਸਾਡੇ ਸਾਹਮਣੇ ਰੱਖ ਦਿੱਤਾ। ਸਹਿਜ ਸਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ। ਇਹ ਸਹਿਜ ਦਾ ਸਰੋਵਰ, ਇਹ ਸਹਿਜ ਦਾ ਰੁੱਖ ਫਲਿਆ, ਜਿਸ ਨੂੰ ਫਲ ਜਿਹੜੇ ਹਨ ਉਹ ਗਿਆਨ ਦੇ ਲੱਗੇ ਹਨ। ਇਹ ਗੁਰੂ ਰਾਮਦਾਸ ਮਹਾਰਾਜ ਦੀ ਉਸ ਸ਼ਖਸੀਅਤ ਨੂੰ ਬਿਆਨ ਕਰਦਾ ਹੈ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਜਦੋਂ ਆਪਣੀ ਬਾਣੀ ਦੇ ਵਿੱਚ ਕੁਝ ਵਿਚਾਰਾਂ ਦਿੰਦੇ ਹਨ, ਪਿਆਰ ਵਿੱਚ ਭੇਜੇ ਹੋਏ ਹਿਰਦੇ ਵਿੱਚੋਂ ਨਿਕਲਦੀ ਹੋਈ ਉਹਨਾਂ ਦੇ ਹਿਰਦੇ ਵਿੱਚੋਂ ਅਰਜ਼ੋਈ, ਉਹਨਾਂ ਦੇ ਹਿਰਦੇ ਤੋਂ ਨਿਕਲੇ ਹੋਏ ਅਰਦਾਸ ਦੇ ਸ਼ਬਦ
ਸੱਚਮੁੱਚ ਇਸ ਵਾਤਾਵਰਨ ਨੂੰ ਹੀ ਮੁਕਤ ਕਰ ਦਿੰਦੇ ਹਨ। ਜਿੱਥੇ ਹਿਰਦਿਆਂ ਨੂੰ ਠਾਰਦੇ ਹਨ, ਉੱਥੇ ਆਸ-ਪਾਸ ਜੋ ਵੀ ਉਹਨਾਂ ਦੀ ਬਾਣੀ ਨੂੰ ਸੁਣਦਾ ਹੈ, ਉਸ ਦੇ ਅੰਦਰ ਵੀ ਠੰਡ ਵਰਤਦੀ ਹੈ। ਜੀਵ ਆਤਮਾ ਉਹਨਾਂ ਦੀ ਬਾਣੀ ਦੇ ਵਿੱਚੋਂ ਜੋ ਅਸੀਂ ਨਜ਼ਰ ਕਰਦੇ ਹਾਂ, ਜੀਵ ਆਤਮਾ ਉਸ ਪ੍ਰਕਾਸ਼ ਦੀ ਪ੍ਰਾਪਤੀ ਲਈ ਤੜਫਦੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚ ਉਹ ਤੜਫ ਜੋ ਹੈ, ਉਹ ਕਮਾਲ ਦੀ ਹੈ। ਵਿਛੋੜੇ ਦਾ ਲਾਂਭੂ ਉਸਦੇ ਮਨ ਵਿੱਚ ਉੱਠਦਾ ਹੈ। ਉਸ ਵਿਛੋੜੇ ਦੇ ਲਾਂਭੂ ਵਿੱਚੋਂ ਜਦੋਂ ਮਿਲਾਪ ਦੀਆਂ ਉਹ ਕਿਰਨਾਂ ਨਜ਼ਰ ਆਉਂਦੀਆਂ ਹਨ ਤਾਂ ਅਜੀਬ ਜੀ ਠੰਡਕ ਮਹਿਸੂਸ ਹੁੰਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਇਹ ਸਾਰੀਆਂ ਸੱਚਾਈਆਂ ਨੂੰ ਬਿਆਨ ਕੀਤਾ ਹੈ। ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਿਤਾ ਜੀਓ ਇਹ ਜਦੋਂ ਲਿਖਦੇ ਹਨ, ਆਪਣੀ ਬਾਣੀ ਦੇ ਵਿੱਚ ਬਿਆਨ ਕਰਦੇ ਹਨ, ਕਮਾਲ ਦੇ ਬੋਲ ਹਨ। ਜੋ ਪਸਰੀ ਸੂਰਜ ਕਿਰਨ ਜੋਤ ਤੋਂ ਘਟ ਘਟ ਰਮਈਆ ਓਤ ਪੋਤ ਨੂੰ ਜਦੋਂ ਵੇਖਦੇ ਹਨ ਤਾਂ ਨਿਹਾਲ 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 ਕਰ ਦਿੰਦੇ ਹਨ। ਉਹਨਾਂ ਦਾ ਰੱਬ ਗੁਰੂ ਰਾਮਦਾਸ ਮਹਾਰਾਜ ਦਾ ਪਰਮੇਸ਼ਰ ਅਲੱਖ ਅਭੇਦ ਅਗਾਧ ਜੋ ਗੁਣ ਜਿਹੜੇ ਗੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਬਿਆਨ ਕੀਤੇ ਹਨ, ਉਹੀ ਗੁਣ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸ਼ਬਦਾਂ ਵਿੱਚ ਉਸ ਪਿਆਰੇ ਪ੍ਰੀਤਮ ਦੇ ਬਿਆਨ ਕੀਤੇ ਹਨ। ਉਹ ਸਤਿਗੁਰੂ ਜੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਉਹ ਪ੍ਰਮਾਤਮਾ ਤਾਂ ਹਰ ਥਾਂ ਇੱਕ ਸੂਰਜ ਦੀ ਪਸਰੀ ਹੋਈ ਕਿਰਨ ਵਾਂਗੂ ਹੈ, ਜੋ ਸਾਰੀ ਸ੍ਰਿਸ਼ਟੀ, ਸਾਰੀ ਮਾਨਵਤਾ ਨੂੰ, ਸਾਰੀ ਮਨੁੱਖ ਜਾਤੀ ਨੂੰ ਬਖਸ਼ਿਸ਼ ਕਰੀ ਜਾਂਦਾ ਹੈ। ਪ੍ਰਭੂ ਦੀ ਬਖਸ਼ਿਸ਼ ਸਦਕਾ ਗੁਰੂ ਦੇ ਸ਼ਬਦ ਰਾਹੀਂ ਜਦੋਂ ਉਸ ਨੂੰ ਮਿਲਿਆ ਜਾਵੇ ਤਾਂ ਆਨੰਦ ਹੀ ਆਨੰਦ ਬਣ ਜਾਂਦਾ ਹੈ। ਸਤਿਗੁਰ ਦੀ ਬਾਣੀ ਇੱਕ ਆਮ ਵਿਅਕਤੀ ਨੂੰ ਜੀਵਨ ਯਾਤਰਾ ਦੀ ਸੰਪੂਰਨਤਾ ਵੱਲ ਲੈ ਕੇ ਤੁਰਦੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ ਅਸੀਂ ਜਦੋਂ ਪੜ੍ਹਦੇ ਹਾਂ ਤੇ ਇੱਕ ਆਮ ਵਿਅਕਤੀ ਨੂੰ ਹੀ ਜੀਵਨ ਦੀ ਸੰਪੂਰਨਤਾ ਵਾਲੇ ਪਾਸੇ ਲੈ ਕੇ ਜੁੜਦੀ ਹੈ। ਬਾਣੀ ਵਿੱਚ ਪਿਆਰ, ਬਾਣੀ ਵਿੱਚ ਵਿਰਾਗ, ਬਾਣੀ ਵਿੱਚ ਹਮ ਕੀਰੇ ਕਿਰਮ, ਮੈਂ ਕਰਮਹੀਨ, ਮੈਂ ਮੂਰਖ ਅੰਧਲੇ, ਨਾਮ ਟੇਕ ਹੈ, ਹਮ ਪਾਪੀ ਬਹੁ ਨਿਰਗੁਨਿਆਰੇ, ਹਮ ਬਹੁ ਪਾਪੀ ਕੀਏ ਅਪਰਾਧੀ, ਹਮ ਬਾਰਕ ਕਛੂ ਨਾ ਜਾਣੇ, ਹਮ ਬਾਰਕ ਮੁਗਧ ਇਆਨ, ਹਮ ਮੂਰਖ ਮੁਗਧ ਗਿਆਨ, ਹਮ ਮੂੜ ਮੁਗਧ ਅਸ਼ੁੱਧ, ਮੈਂ ਚਿਰੀ ਵਿਛੁੰਨੇ ਰਾਮ ਰਾਜੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਜਦੋਂ ਇਹੋ ਜਿਹੇ ਸ਼ਬਦ ਦਿਸਦੇ ਹਨ, ਇੱਕ ਹਿਰਦੇ ਵਿੱਚੋਂ ਉਸ ਪਿਆਰ ਭਰੇ ਇਹ ਪਿਆਰੇ ਪ੍ਰੀਤਮ ਦੇ ਮਿਲਾਪ ਲਈ ਇੱਕ ਤੜਫ ਪੈਦਾ ਨਜ਼ਰ ਆਉਂਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚਮੁੱਚ ਨਿਆਲੇ ਤੀਰ ਵਾਂਗੂ ਉਹਨਾਂ ਦੀ ਬਾਣੀ ਇਸ ਹਿਰਦੇ ਨੂੰ ਵਿੰਨ੍ਹਦੀ ਨਜ਼ਰ ਆਉਂਦੀ ਹੈ। ਜਦੋਂ ਨਿਆਲਾ ਤੀਰ ਵੱਜਦਾ ਹੈ, ਜਿੱਥੇ ਵੱਜਦਾ ਹੈ ਉੱਥੇ ਫੱਟ ਕਰਦਾ ਹੈ, ਜ਼ਖਮ ਕਰਦਾ ਹੈ, ਤੇ ਉਹ ਜ਼ਖਮ ਭਰ ਵੀ ਜਾਵੇ ਤੇ ਆਪਣੀ ਨਿਸ਼ਾਨ ਛੱਡ ਜਾਂਦਾ ਹੈ। ਇਸ ਤਰ੍ਹਾਂ ਵਿਰਾਗ ਵਿੱਚ ਆ ਕੇ ਉਸ ਸ਼ਬਦ ਦੇ ਤੀਰ ਜਦੋਂ ਵੱਜਦੇ ਹਨ ਇਸ ਹਿਰਦੇ ਦੇ ਵਿੱਚ, ਆਪਣਾ ਨਿਸ਼ਾਨ ਜ਼ਰੂਰ ਛੱਡ ਕੇ ਜਾਂਦੇ ਹਨ। ਗੁਰੂ ਦਰਸ਼ਨਾਂ ਦੇ ਮਿਲਾਪ ਦੀ ਇੱਕ ਸਿਖਰ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ। ਉਹਨਾਂ ਦੇ ਬਚਨ, ਉਹਨਾਂ ਦਾ ਅਸਰ ਤੁਰ ਹਿਰਦੇ ਤੱਕ ਚਲਾ ਜਾਂਦਾ ਹੈ ਜਦੋਂ ਪਿਆਰ ਨਾਲ ਪ੍ਰੀਤ ਵਿੱਚ ਭਿੱਜ ਕੇ ਅਸੀਂ ਗੁਰੂ ਰਾਮਦਾਸ ਜੀ ਦੇ ਬੋਲਾਂ ਨੂੰ ਪੜ੍ਹਦੇ ਹਾਂ। ਸਤਿਗੁਰੂ ਦੇ ਮਿਲਾਪ ਤੱਕ ਉਹ ਬੋਲ ਸਾਨੂੰ ਲੈ ਜਾਂਦੇ ਹਨ। ਗੁਰੂ ਦੇ ਮਿਲਾਪ ਤੋਂ ਫਿਰ ਪੈਦਾ ਹੋਈ ਖੁਸ਼ੀ ਤੇ ਗੁਰੂ ਤੋਂ ਵਿਛੜ ਕੇ ਵਿਛੋੜੇ ਦੀ ਦਸ਼ਾ, ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਇੱਕ ਅਤ ਦਰਜੇ ਦਾ ਕਮਾਲ ਦਾ ਨਕਸ਼ਾ ਪੇਸ਼ ਕਰਦੀ ਹੈ। ਜੇ ਮਿਲਾਪ ਦੀ ਖੁਸ਼ੀ ਬਿਆਨ ਕਰਦੇ ਹੈ, ਦੂਜੇ ਪਾਸੇ ਵਿਛੋੜੇ ਤੋਂ ਵਿਹਬਲਤਾ ਦੀ ਤੜਫ ਵੀ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਨੇ ਸਾਨੂੰ ਤਾਂ ਬਾਰ-ਬਾਰ ਦੱਸੀ ਹੈ। ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਪਵਿੱਤਰ ਸਰੂਪ, ਪਵਿੱਤਰ ਜੀਵਨ ਸੱਚਮੁੱਚ ਹੀ ਇੱਕ ਰੰਗਿਆ ਹੋਇਆ ਜੀਵਨ ਹੈ, ਜਿਹਦੀਆਂ ਜੀਵਨ ਬਾਰੇ ਕੁਝ ਕੁ ਵਿਚਾਰਾਂ ਅੱਜ ਆਪ ਜੀ ਦੇ ਨਾਲ ਮੈਂ ਸਾਂਝੀਆਂ ਕਰਨ ਦਾ ਯਤਨ ਕਰਾਂਗਾ। ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਹ ਬਖਸ਼ਿਸ਼ ਭਰੇ ਬੋਲ ਬਾਣੀ ਦੇ ਵਿੱਚੋਂ ਕੁਝ ਬੋਲ ਸਨ ਜਿਹੜੇ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਨਿਮਰਤਾ ਦੀ ਸਾਖਸ਼ਾਤ ਮੂਰਤ, ਵਿਦਿਆ, ਕਲਾ, ਕਵਿਤਾ, ਸੰਗੀਤ, ਪ੍ਰੇਮ, ਰਾਜਯੋਗ, ਤਖਤ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਲਾਹੌਰ ਦੇ ਵਿੱਚ ਚੁੰਡਾ ਮੰਡੀ ਵਿਖੇ ਹੋਇਆ। ਉਸ ਦਿਨ ਸਤੰਬਰ ਮਹੀਨੇ ਦੀ 24 ਤਰੀਕ ਸੀ, ਸਨ 1534 ਦਾ ਉਹ ਦਿਨ ਸੀ, ਜੋ ਅੱਜ ਕੈਲੰਡਰਾਂ ਦੀ ਬਦਲਾ ਨਾਲ 9 ਅਕਤੂਬਰ ਬਣਦਾ ਹੈ। ਪਿਤਾ ਦਾ ਨਾਮ ਹਰਿਦਾਸ ਸੀ, ਮਾਤਾ ਦਾ ਨਾਮ ਦਇਆ ਕੌਰ। ਕੁਝ ਵਿਦਵਾਨਾਂ ਨੇ ਇਹ ਨਾਮ ਨੂੰ ਅਨੂਪੀ ਵੀ ਲਿਖਿਆ ਹੈ। ਪਲੇਠੀ ਦੇ ਪੁੱਤਰ ਹੋਣ ਕਰਕੇ, ਵੱਡੇ ਪੁੱਤਰ ਹੋਣ ਕਰਕੇ ਆਪ ਜੀ ਦੇ ਸਾਰੇ ਆਂਢੀ ਗੁਆਂਢੀ ਸ਼ਰੀਕ ਆਪ ਨੂੰ ਜੇਠਾ ਜੇਠਾ ਕਹਿ ਕੇ ਬੁਲਾਉਂਦੇ ਸਨ। ਇੰਝ ਸਤਿਗੁਰੂ ਦਾ ਨਾਮ ਹੀ ਜੇਠਾ ਪੈ ਗਿਆ। ਗੁਰੂ ਰਾਮਦਾਸ ਮਹਾਰਾਜ ਦਾ ਨਾਮ ਆਮ ਤੌਰ ਤੇ ਜੇਠਾ ਹੀ ਕਹਿ ਕੇ ਪੁਕਾਰਿਆ ਜਾਂਦਾ ਸੀ। ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਹੁੰਦਾ ਹੈ, ਉਦੋਂ ਗੁਰੂ ਨਾਨਕ ਦੇਵ ਜੀ 65 ਸਾਲਾਂ ਦੇ ਸਨ। ਭਾਈ ਲਹਿਣਾ ਜੀ
ਗੁਰੂ ਅੰਗਦ ਦੇਵ ਜੀ ਜੋ ਬਣੇ ਉਹ 30 ਸਾਲਾਂ ਦੇ ਸਨ ਅਤੇ ਗੁਰੂ ਅਮਰਦਾਸ ਜੀ ਉਸ ਵੇਲੇ 55 ਸਾਲ ਦੀ ਉਮਰ ਉਹਨਾਂ ਦੀ ਬਣਦੀ ਹੈ। ਸੋ ਉਸ ਵੇਲੇ ਚਾਰੇ ਗੁਰੂ ਵਿਅਕਤੀ ਇੱਕੋ ਸਮੇਂ ਮੌਜੂਦ ਸਨ। ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਮਹਾਰਾਜ, ਬਾਬਾ ਅਮਰਦਾਸ ਗੁਰੂ ਜੀ ਵੀ, ਔਰ ਜੋ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਬਾਬਾ ਲਹਿਣਾ ਦੇ ਰੂਪ ਵਿੱਚ ਔਰ ਗੁਰੂ ਨਾਨਕ ਦੀ ਸ਼ਰਨ ਵਿੱਚ ਆਇਆ ਨੂੰ ਅਜੇ ਉਸ ਵੇਲੇ ਉਹਨਾਂ ਨੂੰ ਕੇਵਲ 2 ਸਾਲ ਹੀ ਦਾ ਸਮਾਂ ਹੋਇਆ ਸੀ। ਅਸੀਂ ਇਤਿਹਾਸ ਨੂੰ ਜਾਣਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਜਾਂ ਭਾਈ ਲਹਿਣਾ ਜੀ ਤਕਰੀਬਨ ਸਾਲ 1532 ਵਿੱਚ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਮਹਾਰਾਜ ਦੇ ਦਰਸ਼ਨਾਂ ਨੂੰ ਆਏ ਤੇ ਫਿਰ ਉਹ ਗੁਰੂ ਨਾਨਕ ਦੇ ਹੋ ਕੇ ਹੀ ਰਹਿ ਗਏ। ਉਸ ਤੋਂ ਬਾਅਦ ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ, ਤਾਂ ਕਿ ਪਾਛੇ ਜੀਵਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਭਾਈ ਲਹਿਣਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹਿ ਕੇ ਸ਼ਬਦ ਦਾ ਸੂਰਮਾ ਬਣਿਆ ਤੇ ਉਹ ਭਾਈ ਲਹਿਣਾ ਇੱਕ ਦਿਨ ਗੁਰੂ ਅੰਗਦ ਦੇਵ ਦੇ ਰੂਪ ਵਿੱਚ ਗੁਰਤਾ ਗੱਦੀ ਦੇ ਉੱਤੇ ਸ਼ੋਭਾਇਮਾਨ ਹੋਏ। ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਅਸੀਂ ਪਰਿਵਾਰ ਦੇ ਵੱਲ ਦੇਖਦੇ ਹਾਂ ਤੇ ਉਹਨਾਂ ਦੇ ਪਿਤਾ ਜੀ ਛੋਟੀ ਮੋਟੀ ਇੱਕ ਦੁਕਾਨਦਾਰੀ ਕਰਦੇ ਸਨ। ਮਾਮੂਲੀ ਜੀ ਆਮਦਨ ਸੀ। ਹਰਿਦਾਸ ਉਹਨਾਂ ਦਾ ਨਾਮ ਸੀ। ਉਹ ਨਾਮ ਦੇ ਹੀ ਕੇਵਲ ਹਰਦਾਸ ਨਹੀਂ ਸਨ, ਉਹਨਾਂ ਦੇ ਵੀ ਜਦੋਂ ਜੀਵਨ ਨੂੰ ਝਾਤ ਮਾਰਦੇ ਹਨ ਤਾਂ ਪ੍ਰਮਾਤਮਾ ਦੇ ਬਹੁਤ ਹੀ ਨਿੱਘੇ ਭਗਤ ਸਨ। ਦੇਵੀ ਦੇਵਤਿਆਂ ਨੂੰ ਉੱਕਾ ਹੀ ਨਹੀਂ ਸੀ ਮੰਨਦੇ। ਉਹਨਾਂ ਦੇ ਸੁਭਾਅ ਵਿੱਚ ਨਿੱਘ, ਪਿਆਰ, ਸੰਤੋਖ ਹਮੇਸ਼ਾ ਹੀ ਦੇਖਣ ਨੂੰ ਮਿਲਦਾ। ਥੋੜੀ ਆਮਦਨ ਵਿੱਚ ਵੀ ਸੰਤੋਖੀ ਜੀਵਨ ਜਿਹੜਾ, ਇਹ ਜੀਵਨ ਦਾ ਢੰਗ ਹਰਦਾਸ ਜੀ ਨੇ ਸਿਖਾਇਆ ਵੀ ਆਮਦਨ ਘੱਟ ਹੋਵੇ ਜਾਂ ਵੱਧ ਹੋਵੇ, ਇਹਦੇ ਨਾਲ ਨਹੀਂ, ਜੀਵਨ ਵਿੱਚ ਸੰਤੋਖ ਹੋਣਾ ਚਾਹੀਦਾ ਹੈ। ਇਹ ਗੱਲ ਹਰਿਦਾਸ ਜੀ ਦੇ ਜੀਵਨ ਤੋਂ ਸਾਨੂੰ ਮਿਲਦੀ ਹੈ। ਹਰਿਦਾਸ ਜੀ ਦੇ ਜਿਹੜੀ ਸੰਤਾਨ ਬਾਰੇ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮੇ ਵਿੱਚ ਲਿਖਿਆ ਹੈ, ਰਾਮਦਾਸ ਹਰਦਿਆਲ ਸੋਢੀ ਦੋਏ ਭਾਈ, ਇੱਕ ਬੀਬੀ ਰਮਦਾਸੀ ਸਕੀ ਭੈਣ ਕਹਾਈ। ਵੀ ਬਾਲਕ ਰਾਮਦਾਸ ਜੀ ਜੇਠਾ ਜੀ ਦਾ ਦਰਸ਼ਨ ਲਿਖਦਾ ਹੈ ਕਿ ਮਨ ਨੂੰ ਠੰਡ ਪਾਉਣ ਵਾਲਾ ਸੀ, ਵੇਖਣ ਨੂੰ ਖੂਬਸੂਰਤ, ਅਤ ਸੁੰਦਰ, ਸਰੀਰ ਗੋਰਾ, ਮੋਟੇ ਨਕਸ਼, ਚੌੜੇ ਮੱਥੇ ਵਾਲੇ। ਪ੍ਰਿੰਸੀਪਲ ਸੁਖਬੀਰ ਸਿੰਘ ਨੇ ਵੀ ਸ਼ਬਦਾਵਲੀ ਲਿਖੀ ਹੈ। ਜਦੋਂ ਅਸੀਂ ਅੱਗੇ ਨੂੰ ਤੁਰਦੇ ਹਾਂ, ਬੱਚਿਆਂ ਨਾਲ ਖੇਡਦੇ ਹੋਏ ਵੀ ਆਏ ਬਾਲਕ ਜੇਠਾ ਇਹ ਪਿਆਰ ਤੇ ਪ੍ਰਭੂ ਦੇ ਪਿਆਰ ਦੀਆਂ ਗੱਲਾਂ ਕਰਦੇ। ਅੱਗੇ ਛੋਟੀ ਉਮਰ ਸੀ ਕਿ ਦੁੱਖਾਂ ਤੇ ਕਲੇਸ਼ਾਂ ਤੇ ਗਰੀਬੀ ਨਾਲ ਇਸ ਜੇਠੇ ਦਾ ਵਾਹ ਪੈਣਾ ਸ਼ੁਰੂ ਹੋ ਗਿਆ। ਬਹੁਤ ਛੋਟੀ ਉਮਰ ਦੇ ਸਨ, ਮਾਤਾ ਜੀ ਚੜ੍ਹਾਈ ਕਰ ਗਏ। 7 ਸਾਲ ਦੇ ਹੋਏ 1541 ਵਿੱਚ ਪਿਤਾ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ। ਸੰਸਾਰੀ ਤੌਰ ਤੇ ਜੇ ਵੇਖਿਆ ਜਾਵੇ ਤੇ ਸੱਟ ਬੜੀ ਔਖੀ ਹੈ। ਮਾਤਾ ਪਿਤਾ ਦਾ ਸਾਇਆ 7 ਸਾਲ ਦੀ ਉਮਰ 'ਚ ਉੱਠ ਜਾਣਾ ਤੇ ਇਹ ਕੋਈ ਸੌਖੀ ਬਹੁਤੀ ਕਹਾਣੀ ਨਹੀਂ ਹੈ। ਦੁਨੀਆ ਦੀਆਂ ਨਜ਼ਰਾਂ ਵਿੱਚ ਇਹ ਔਖਾ ਮਾਰਗ ਹੈ। ਇੱਕ ਛੋਟਾ ਭਰਾ, ਇੱਕ ਛੋਟੀ ਭੈਣ ਦਾ ਭਾਰ ਵੀ ਇਹਨਾਂ ਦੇ ਉੱਤੇ ਆ ਗਿਆ। ਆਪ ਜੀ ਦੇ ਨਾਨਕੇ ਬਾਸਰ ਕੇ ਜੋ ਬਾਬਾ ਅਮਰਦਾਸ ਜੀ ਦਾ ਪਿੰਡ ਹੈ, ਉੱਥੇ ਬਾਬਾ ਅਮਰਦਾਸ ਜੀ ਉਦੋਂ ਗੁਰੂ ਨਹੀਂ ਸਨ ਬਣੇ, ਉਹਨਾਂ ਦਾ ਪਿੰਡ ਬਾਸਰ ਕੇ ਸੀ ਤੇ ਇਹਨਾਂ ਦੇ ਨਾਨਕੇ ਬਾਸਰ ਕੇ ਸਨ। ਪਿਤਾ ਜੀ ਦੀ ਮੌਤ ਮਗਰੋਂ ਆਪ ਜੀ ਦੀ ਨਾਨੀ ਜੀ ਲਾਹੌਰ ਆਏ। ਇਹਨਾਂ ਨੂੰ ਆਪ ਨੂੰ ਤੇ ਆਪ ਦੇ ਛੋਟੇ ਭਰਾ ਭੈਣ ਨੂੰ ਬਾਸਰ ਕੇ ਲੈ ਆਏ। ਪਿਤਾ ਦੀ ਮੌਤ ਮਗਰੋਂ ਲਾਹੌਰ ਛੱਡਣ ਦੀ ਯਾਦ, ਗਰੀਬੀ ਦੀਆਂ ਔਕੜਾਂ, ਮੁਸੀਬਤਾਂ ਤੇ ਰੋਜ਼ੀ ਕਮਾਉਣ ਦੇ ਲਈ ਦਰ ਤੇ ਜਾਣਾ, ਸ਼ਾਇਦ ਅਜਿਹੀਆਂ ਗੱਲਾਂ ਸਨ ਜਿਨ੍ਹਾਂ ਕਰਕੇ ਆਪ ਜੀ ਨੇ ਆਪਣੇ ਬਾਰੇ ਜਦੋਂ ਗੁਰਗੱਦੀ ਦੀ ਪ੍ਰਾਪਤੀ ਹੁੰਦੀ ਹੈ ਤਾਂ ਲਿਖਦੇ ਬੋਲਦੇ ਹਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਆਵਾਜ਼ ਉਸ ਹਿਰਦੇ ਚੋਂ ਹੀ ਆ ਸਕਦੀ ਹੈ ਜਿਸ ਹਿਰਦੇ ਨੇ ਇਹ ਚੀਜ਼ ਆਪਣੇ ਉੱਤੇ ਹੰਡਾਈ ਹੋਈ ਹੋਵੇ। ਤਖਤਾਂ ਤਾਜਾਂ ਦੇ ਮਾਲਕ ਇਹੋ ਜਿਹੀ ਆਵਾਜ਼ ਆਪਣੀ ਜ਼ੁਬਾਨ ਤੋਂ ਨਹੀਂ ਕੱਢਦੇ। ਜਿਨ੍ਹਾਂ ਨੇ ਕੱਟਿਆ ਹੋਵੇ, ਜਿਨ੍ਹਾਂ ਨੂੰ ਜੀਵਨ ਦਾ ਜੇ ਜੀਵਨ ਦਾ ਇਹ ਰਸਤਾ ਦੇਖਿਆ ਹੋਵੇ, ਉਹਨਾਂ ਦੀ ਜ਼ੁਬਾਨ ਵਿੱਚੋਂ ਹੀ ਇਹ ਗੱਲ ਨਿਕਲ ਕੇ ਬੰਦੇ ਹੁੰਦੀ ਹੈ। ਹੁਣ ਸਿੱਖਿਆ ਦੀ ਖਿਆਲ ਕਰੋ, 7 ਸਾਲ ਦੀ ਉਮਰ, ਘਰ ਆਪਣਾ ਛੱਡਣਾ, ਚੂਨਾ ਮੰਡੀ ਲਾਹੌਰ ਦੀ ਜੋ ਜਿੱਥੇ 7 ਸਾਲ ਗੁਜ਼ਾਰੇ ਹੋਣ, ਕੀ ਬਾਲਕ ਦੇ ਮਨ ਤੇ ਬੀਤਦਾ ਹੈ, ਕਦੇ ਅੰਦਾਜ਼ਾ ਲਾ ਕੇ ਦੇਖ ਲਓ। ਜਿਹੜੇ ਇਹ ਜਿਹੇ ਹਾਲਤ ਤੋਂ ਕੋਈ ਗੁਜ਼ਰਿਆ ਹੋਵੇ ਉਹੀ ਇਹਨੂੰ ਜਾਣਦਾ ਹੈ। ਜਿਸ ਘਰ ਵਿੱਚ ਜੰਮੇ ਪਲੇ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਹੁਤ ਹੀ ਦਰਦ ਭਰੀ ਸ਼ਬਦਾਂ ਵਿੱਚ ਇਹ ਵਿਦਿਆ ਨੂੰ ਬਿਆਨ ਕੀਤਾ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਉਹਨਾਂ ਦੇ ਲਿਖੇ ਹੋਏ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਬਹੁਤ ਹੀ ਦਰਦ ਭਰੀ ਸ਼ਬਦਾਵਲੀ ਹੈ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵਰਤੀ ਹੈ। ਕੁਝ ਕੁ ਗੱਲਾਂ
ਜਿਹੜੀਆਂ ਉਹਨਾਂ ਨੇ ਲਿਖੀਆਂ ਹਨ ਕਿ ਉਹਨਾਂ ਦੇ ਘਰ ਵਿੱਚ, ਜਿਸ ਘਰ ਵਿੱਚ ਜੰਮੇ ਪਲੇ, ਜਿਨ੍ਹਾਂ ਗਲੀਆਂ 'ਚ 7 ਸਾਲ ਖੇਡੇ, ਅੱਜ ਉਹਨਾਂ ਦੇ ਘਰ ਦੇ ਗਲੀਆਂ ਨੂੰ, ਘਰ ਤੇ ਉਸ ਘਰ ਨੂੰ ਸਦਾ ਲਈ ਛੱਡਿਆ ਜਾ ਰਿਹਾ ਹੈ। ਬਚਪਨ ਤੋਂ ਹਾਣੀਆਂ ਦੀ ਪ੍ਰੀਤ ਟੁੱਟ ਗਈ। ਕਿਸੇ ਸ਼ਰੀਕ ਨੇ ਸ਼ਾਇਦ ਖੁਸ਼ੀ ਮਨਾਈ ਹੋਵੇ, ਪਰ ਬਹੁਤਿਆਂ ਨੇ ਤਾਂ ਹੁੱਕੇ ਹੀ ਭਰੇ ਹੋਣੇ ਹਨ। ਅਜਿਹਾ ਵਾਤਾਵਰਨ, ਅਜਿਹੇ ਹਾਲਾਤ, ਇਹੋ ਜਿਹਾ ਨਕਸ਼ਾ ਗੁਰੂ ਬਾਲ ਦੇ ਭਾਈ ਜੇਠੇ ਦੇ ਮਨ ਤੇ ਤਾਂ ਜ਼ਰੂਰ ਉਕਰਿਆ ਗਿਆ ਹੋਵੇਗਾ। ਅਤ ਮਿੱਠੇ ਨਿਮਰਤਾ ਦਾ ਸੁਭਾਅ ਉਹਨਾਂ ਦੇ ਵਿੱਚੋਂ ਜੋ ਪ੍ਰਗਟ ਹੋਇਆ, ਉਹ ਨਕਸ਼ੇ ਦੀ ਯਾਦ ਜ਼ਰੂਰ ਉਹਨਾਂ ਦੇ ਮਨ ਵਿੱਚ ਵਸੀ ਹੋਈ ਹੋਵੇਗੀ। ਖੈਰ, ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਬਾਸਰਕੇ ਕੋਈ ਬਹੁਤ ਵੱਡਾ ਨਗਰ ਹੈ। ਅੱਜ ਵੀ ਬਾਸਰਕੇ ਨੂੰ ਇੱਕ ਵੱਡਾ ਨਗਰ ਹੀ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਦੇ ਨੇੜੇ ਛੇਹਰਟੇ ਤੋਂ ਦੱਖਣ ਪੱਛਮ ਵਾਲੇ ਪਾਸੇ 8 ਮੀਲਾਂ ਦੀ ਤਕਰੀਬਨ ਵਿੱਥ ਦੇ ਉੱਤੇ ਇਹ ਪਿੰਡ ਹੈ। ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇੱਥੇ ਪਿੰਡ ਦੇ ਵਿੱਚ ਵਸਦੇ ਹਨ ਤੇ ਆਪਣਾ ਵਪਾਰ ਵੀ ਕਰਦੇ ਹਨ। ਚੰਗੇ ਪਰਿਵਾਰ ਦੇ ਵਿੱਚੋਂ ਹਨ। ਲਾਹੌਰ ਤੋਂ ਜਦੋਂ ਦੋਹਤਰੇ ਦੇ ਨਾਨਕੇ ਪਿੰਡ ਆਉਣ ਦੀ ਖਬਰ ਉਹਨਾਂ ਨੂੰ ਮਿਲਦੀ ਹੈ, ਤੇ ਜਿਵੇਂ ਸ਼ਰੀਕੇ ਵਾਲੇ ਜਾਂ ਬਰਾਦਰੀ ਵਾਲੇ ਆਮ ਤੌਰ ਤੇ ਮਿਲਣ ਜਾਂਦੇ ਹਨ, ਭਾਈਚਾਰੇ ਦੇ ਲੋਕ ਨਾਨੀ ਦੇ ਬੱਚਿਆਂ ਨੂੰ ਹੌਸਲਾ ਦੇਣ ਲਈ ਜਦੋਂ ਉਹਨਾਂ ਦੇ ਘਰ ਪਹੁੰਚਦੇ ਹਨ, ਤਾਂ ਗੁਰੂ ਅਮਰਦਾਸ ਜੀ ਵੀ ਉੱਥੇ ਪਹੁੰਚਦੇ ਹਨ। ਉਹਨਾਂ ਦੇ ਕੋਮਲ ਹਿਰਦੇ ਵਿੱਚ ਜੇਠਾ ਜੀ ਦੀ ਛੋਟੀ ਉਮਰ ਦੇ ਵਿੱਚ ਅਨਾਥ ਹੋ ਜਾਣ ਦਾ ਇੱਕ ਖਿੱਚ ਜਿਹੀ ਪਈ। ਉਸ ਅਨਾਥ ਬੱਚੇ ਦਾ ਖਾਸ ਧਿਆਨ ਬਾਬਾ ਅਮਰਦਾਸ ਜੀ ਰੱਖਣ ਲੱਗ ਪਏ, ਤੇ ਇਸ ਤਰ੍ਹਾਂ ਦੋਨਾਂ ਦੀ ਦੋਸਤੀ ਨੇੜਤਾ ਵੱਧਦੀ ਗਈ। ਤੇ ਉਸ ਵੇਲੇ ਗੁਰੂ ਅਮਰਦਾਸ ਜੀ ਗੁਰੂ ਨਹੀਂ ਸਨ ਬਣੇ, ਲੇਕਿਨ ਉਹਨਾਂ ਦੀ ਉਮਰ 62 ਸਾਲ ਦੇ ਕਰੀਬ ਇਤਿਹਾਸਕਾਰਾਂ ਨੇ ਲਿਖੀ ਹੈ। तो बासरके ਦੇ ਵਿੱਚ ਗੁਰੂ ਰਾਮਦਾਸ ਜੀ ਦੀ ਜੇ ਨਾਨੀ ਨੂੰ ਦੇਖਦੇ ਹਾਂ, ਨਾਨੀ ਵੀ ਇੱਕ ਗਰੀਬੜੀ ਸੀ। ਉਸ ਵਿਚਾਰੀ ਕੋਲ ਕਿਹੜੇ ਕੋਈ ਪੈਸਿਆਂ ਦਾ ਭੰਡਾਰ ਸੀ, ਪੈਸੇ ਵੱਲੋਂ ਕੋਈ ਸੌਖੀ ਤਾਂ ਹੈ ਨਹੀਂ ਸੀ। ਇਸ ਲਈ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਬਾਸਰਕੇ ਪਿੰਡ ਵਿੱਚ ਤਕਰੀਬਨ ਇਤਿਹਾਸਕਾਰ ਲਿਖਦੇ ਹਨ ਕਿ ਆਪ ਜੀ 5-5.5 ਸਾਲ ਇੱਥੇ ਟਿਕੇ ਹਨ ਤੇ ਇਸੇ ਬਾਸਰਕੇ 5 ਸਾਲਾਂ ਵਿੱਚ ਘੁੰਗਣੀਆਂ ਵੇਚਣ ਦੀ ਕਿਰਤ ਹੀ ਗੁਰੂ ਰਾਮਦਾਸ ਮਹਾਰਾਜ ਕਰਦੇ ਰਹੇ। ਸਨ 1541 ਵਿੱਚ ਬਾਬਾ ਅਮਰਦਾਸ ਜੀ ਦੇ ਜੀਵਨ ਵਿੱਚ ਇੱਕ ਅਹਿਮ ਘਟਨਾ ਵਾਪਰਦੀ ਹੈ, ਜਿਹੜਾ ਆਪ ਜੀ ਕਈ ਵਾਰੀ ਸੁਣ ਚੁੱਕੇ ਹੋ। ਇਸ ਵਾਸਤੇ ਮੈਂ ਬਹੁਤ ਵਿਸਥਾਰ ਨਾਲ ਉਸ ਦਾ ਘਟਨਾ ਦਾ ਜ਼ਿਕਰ ਨਹੀਂ ਕਰਨਾਗਾ, ਸਿਰਫ ਇੰਨੀ ਕੁ ਗੱਲ ਕਰਾਂਗਾ ਕਿ ਉਸ ਘਟਨਾ ਨੇ ਬਾਬਾ ਅਮਰਦਾਸ ਜੀ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਅੰਦਰ ਸੱਟ ਵੱਜ ਗਈ ਕਿ ਨਿਗੁਰੇ ਹੱਥੋਂ ਖਾ ਕੇ ਇੱਕ ਉਹ ਸਾਧੂ ਨੇ ਜਦੋਂ ਇਹ ਬੋਲ ਬੋਲੇ ਵੀ ਤੇਰੇ ਨਿਗੁਰੇ ਹੱਥੋਂ ਖਾ ਕੇ ਮੇਰੇ ਧਰਮ ਕਰਮ ਭ੍ਰਿਸ਼ਟ ਹੋ ਗਏ ਹਨ, ਮੈਂ ਇਹਦੇ ਨਾਲ ਚੰਗਾ ਸੀ ਤੇਰੇ ਘਰ ਵਿੱਚ ਹੀ ਨਾ ਆਉਂਦਾ, ਤੇਰੇ ਘਰ ਵਿੱਚ ਹੀ ਨਾ ਵੜਦਾ, ਚੰਗਾ ਸੀ ਤੂੰ ਮੇਰਾ ਜੀਵਨ ਹੀ ਭ੍ਰਿਸ਼ਟ ਕਰ ਦਿੱਤਾ। ਇਹ ਬੋਲਾਂ ਨੇ ਬਾਬਾ ਅਮਰਦਾਸ ਜੀ ਦੇ ਹਿਰਦੇ ਨੂੰ ਬੰਨਿਆ ਕਿ ਹੈ ਸੱਚਮੁੱਚ ਹੀ ਮੈਂ ਨਿਗੁਰਾ ਹਾਂ, ਸੱਚ ਹੀ ਮੈਂ ਗੁਰੂ ਵਾਲਾ ਨਹੀਂ ਬਣਿਆ। ਇਹ ਬੋਲ ਐਸੇ ਸਨ ਜਿਨ੍ਹਾਂ ਨੇ ਬਾਬਾ ਅਮਰਦਾਸ ਜੀ ਨੂੰ ਗੁਰੂ ਦੀ ਅੰਦਰ ਹੀ ਤੜਫਲਾ ਦਿੱਤੀ। ਉਹ ਦਿਨ ਆਇਆ ਜਿਸ ਦਿਨ ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਤੋਂ ਲੇਖ ਪੇ ਦਾ ਸ਼ਬਦ ਬੀਬੀ ਅਮਰੋ ਪਾਸੋਂ ਸੁਣਿਆ ਤੇ ਉਹਨੂੰ ਨਾਲ ਲੈ ਕੇ ਖਡੂਰ ਦੀ ਧਰਤੀ ਦੇ ਉੱਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਨੂੰ ਪਹੁੰਚੇ। ਦਰਸ਼ਨਾਂ ਨੂੰ ਕੀ ਪਹੁੰਚੇ, ਜਦੋਂ ਕੁੜਮ ਜਾਣ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨਾਂ ਦੇ ਸਤਿਕਾਰ ਵਿੱਚ ਖੜੇ ਹੋਏ ਤੇ ਅੱਗੋਂ ਨਿਮਰਤਾ ਸਹਿਤ ਝੁੱਕ ਕੇ ਬਾਬਾ ਅਮਰਦਾਸ ਕਹਿਣ ਲੱਗੇ, ਪਾਤਸ਼ਾਹ ਮੈਂ ਕੁੜਮ ਬਣ ਕੇ ਆਪ ਜੀ ਦੇ ਕੋਲ ਨਹੀਂ ਆਇਆ, ਅੱਜ ਮੈਂ ਆਪ ਜੀ ਦਾ ਸੇਵਕ ਬਣ ਕੇ ਆਇਆ। ਤੇ ਅੱਗੋਂ ਗੁਰੂ ਅੰਗਦ ਦੇਵ ਮਹਾਰਾਜ ਦਾ ਜਵਾਬ ਬੜਾ ਖੂਬਸੂਰਤ ਸੀ। ਉਹ ਭੋਲਿਆ ਖਿਆਲ ਕਰੀ, ਸੇਵਕ ਬਣਨਾ ਬਹੁਤ ਔਖੀ ਕਾਰ ਹੈ, ਔਰ ਸੇਵਕ ਬਣਨ ਲਈ ਬੜੀ ਔਖੀ ਕਾਰ ਕਮਾਉਣੀ ਪੈਂਦੀ ਹੈ। ਸੱਚਮੁੱਚ ਹੀ ਜੇ ਬਰਾਦਰੀ ਜਾਂ ਰਿਸ਼ਤੇਦਾਰੀ ਦੀ ਮਨ ਤੋਂ ਪੰਡਾਂ ਨੂੰ ਖੋਲ ਕੇ ਆਇਆ ਹੈ ਤੇ ਫਿਰ ਸੇਵਾ ਦੇ ਕਾਰਜ ਵਿੱਚ ਲੱਗ, ਤੇ ਸੇਵਾ ਦੇ ਕਾਰਜ ਵਿੱਚੋਂ ਤੈਨੂੰ ਜੋ ਮਿਲੇਗਾ ਉਹਦਾ ਕਰਤਾ ਪੁਰਖ ਮਾਲਕ ਹੀ ਜਾਣਦਾ ਹੈ। ਇਹ ਉਹਨਾਂ ਦੀ ਪਹਿਲੀ ਮੁਲਾਕਾਤ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ। ਬਹੁਤਾ ਸਮਾਂ ਹੁਣ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਣ ਲੱਗ ਪਏ, ਪਰ ਫਿਰ ਵੀ 15-20 ਮਹੀਨੇ ਬਾਅਦ ਬਾਸਰਕੇ ਪਿੰਡ ਵਿੱਚ ਗੇੜਾ ਮਾਰ ਆਉਂਦੇ, ਤੇ ਜਦੋਂ ਵੀ ਆਉਂਦੇ ਗੁਰੂ ਰਾਮਦਾਸ ਜੀ ਨੂੰ ਜ਼ਰੂਰ ਮਿਲ ਆਉਂਦੇ, ਭਾਈ ਜੇਠੇ ਨੂੰ ਜ਼ਰੂਰ ਮਿਲਦੇ। ਏਦਾਂ ਦੋਨਾਂ ਵਿੱਚ ਆਪਸੀ ਸਾਂਝ ਬਣੀ ਰਹੀ ਤੇ ਪਿਆਰ ਆਪਸੀ ਜਿਹੜਾ ਸੀ ਉਹ ਹੁੰਦਾ ਰਿਹਾ। ਇਹ ਆਪਾਂ ਜਾਣਦੇ ਹਾਂ, ਇਤਿਹਾਸ ਦੇ ਪੰਨਿਆਂ ਨੂੰ ਜਾਣਦੇ ਹਾਂ ਕਿ ਸਤਿਗੁਰੂ ਜੀ ਨੇ ਕਈ ਨਗਰ ਨਵੇਂ ਵਸਾਏ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਇਆ ਤੇ ਗੋਇੰਦਵਾਲ ਦੀ ਨਗਰੀ ਵੀ ਉਹਨਾਂ ਨੇ ਆਪ ਵਸਾਈ। ਇਸ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਸੌਂਪੀ। ਆਪਣਾ ਸਿੱਖ ਜਾਣ ਕੇ
ਗੁਰੂ ਗੁਰੂ ਬਾਬਾ ਅਮਰਦਾਸ ਜੀ ਨੂੰ ਗੋਇੰਦਵਾਲ ਨਗਰੀ ਵਸਾਉਣ ਦੀ ਜ਼ਿੰਮੇਵਾਰੀ ਸੀ ਉਹ ਸੌਂਪੀ। ਗੁਰੂ ਅਮਰਦਾਸ ਜੀ ਨੇ ਚੰਗੀ ਅਗਵਾਈ ਨਾਲ ਸਨ 1546 ਵਿੱਚ ਇਹ ਨਗਰ ਜਿਹੜਾ ਸੀ ਇਹ ਉਸਾਰਿਆ ਗਿਆ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਜੀ ਆਪਣੇ ਪਿੰਡ ਬਾਸਰਕੇ ਤੋਂ ਆਪਣੇ ਸਕੇ ਸੰਬੰਧੀਆਂ ਤੇ ਹੋਰ ਸਿੱਖਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲੈ ਆਏ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਆਪਣੇ ਛੋਟੇ ਭਰਾ, ਭੈਣ ਭਰਾ ਤੇ ਨਾਨੀ ਸਮੇਤ ਇਸ ਨਵੇਂ ਨਗਰ ਗੋਇੰਦਵਾਲ ਦੀ ਧਰਤੀ ਦੇ ਉੱਤੇ ਆ ਕੇ ਵਸ ਜਾਂਦੇ ਹਨ। ਉਦੋਂ ਉਹਨਾਂ ਦੀ ਉਮਰ 12 ਸਾਲ ਦੀ, ਤਕਰੀਬਨ 12 ਸਾਲ ਦੀ ਉਮਰ ਬਣਦੀ ਹੈ। ਗੋਇੰਦਵਾਲ ਖਡੂਰ ਸਾਹਿਬ ਕੋਈ ਤਕਰੀਬਨ, ਜੇ ਅਸੀਂ ਦੇਖਦੇ ਹਾਂ, ਬਹੁਤਾ ਦੂਰ ਨਹੀਂ ਹੈ, 7-8 ਕਿਲੋਮੀਟਰ ਦਾ ਸਾਰਾ ਉਹਦਾ ਵਕਫਾ ਬਣਦਾ ਹੈ। ਇਵੇਂ ਹੀ ਭਾਈ ਜੇਠਾ ਜੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਪਹੁੰਚਣਾ ਬੜਾ ਆਸਾਨ ਹੋ ਗਿਆ। ਗੁਰੂ ਪਾਤਸ਼ਾਹ ਦੇ ਦਰਸ਼ਨ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਪਵਿੱਤਰ ਬਚਨ, ਹਜ਼ਾਰਾਂ ਸਿੱਖਾਂ ਦੀ ਗੁਰੂ ਦੇ ਪ੍ਰਤੀ ਨਿਮਰਤਾ, ਉਹ ਨਜ਼ਾਰਾ ਭਾਈ ਜੇਠੇ ਦੇ ਮਨ ਦੇ ਉੱਤੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਉਸ ਦਇਆ ਨਾਲ ਭਰੇ ਹੋਏ ਮਨ ਉੱਤੇ ਜਦੋਂ ਗੁਰੂ ਦੇ ਬਚਨ ਵਸਦੇ ਹਨ, ਗੁਰੂ ਅੰਗਦ ਦੇ ਬਚਨ ਬੋਲਦੇ, ਤਾਂ ਉਹ ਐਸਾ ਪਿਆਰ ਉਹਨਾਂ ਦੇ ਜੀਵਨ ਇਹਨਾਂ ਦੇ ਅੰਦਰ ਜਾਗਦਾ ਕਿ ਬਸ ਗੁਰੂ ਦੇ ਹੋਣ ਦੀ ਗੱਲ ਹਮੇਸ਼ਾ ਇਹਨਾਂ ਦੇ ਮਨ ਵਿੱਚ ਵਸ ਗਈ। ਸਿੱਖੀ ਦੀ ਲਗਨ ਤਾਂ ਉਹਨਾਂ ਨੂੰ ਗੁਰੂ ਅਮਰਦਾਸ ਜੀ ਤੋਂ ਹੀ ਲੱਗ ਗਈ ਸੀ। ਹੁਣ ਸਿੱਖੀ ਵਿੱਚ ਵਿਸ਼ਵਾਸ ਹੋਰ ਪਰਪੱਕ ਹੁੰਦਾ ਚਲਾ ਗਿਆ। ਗੁਰੂ ਪਾਤਸ਼ਾਹ ਲਈ ਸ਼ਰਧਾ ਦਾ ਸਮੁੰਦਰ ਜਿਵੇਂ ਇਹਨਾਂ ਦੇ ਅੰਦਰ ਆ ਜਾਂਦਾ ਹੈ। ਗੁਰੂ ਪ੍ਰਤੀ ਭਾਵਨਾ, ਗੁਰੂ ਪ੍ਰਤੀ ਪਿਆਰ, ਸਤ ਸੰਗਤ ਇੱਕ ਛੋਟੀ ਗੱਲ ਨਹੀਂ ਹੈ। ਮਾਫ ਕਰਨਾ ਜੀ, ਇੱਕ ਛੋਟੀ ਮੋਟੀ ਗੱਲ ਨਹੀਂ ਹੈ। ਅਸਲ ਵਿੱਚ ਗੁਰੂ ਪ੍ਰਤੀ ਪਿਆਰ ਤੇ ਗੁਰੂ ਪ੍ਰਤੀ ਭਾਵਨਾ ਹੀ ਸਿੱਖ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਬਸ ਜਦ ਇਹ ਗੁਰੂ ਪ੍ਰਤੀ ਕੇਵਲ ਉਤਰਾ ਭਾਵ ਨਹੀਂ, ਜਦ ਅੰਦਰੋਂ ਗੁਰੂ ਨਾਲ ਪਿਆਰ ਬਣ ਜਾਂਦਾ ਹੈ ਤੇ ਗੁਰੂ ਵੀ ਫਿਰ ਆਪ ਸਿੱਖ ਦੀ, ਸੇਵਕ ਦੀ ਬਾਂਹ ਫੜ ਕੇ ਆਪਣੇ ਨਾਲ ਤੋਰ ਲੈਂਦਾ ਹੈ। ਬਸ ਇਹੋ ਕੁਝ ਹੁੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਦੀ ਬਾਂਹ ਫੜੀ, ਗੁਰੂ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ। ਤੇ ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਨੇ, ਕਿਉਂਕਿ 7 ਸਾਲ ਦੀ ਉਮਰ ਤੋਂ ਹੀ ਉਹਨਾਂ ਨੂੰ ਵੇਖਦੇ ਆ ਰਹੇ ਸਨ ਗੁਰੂ ਅਮਰਦਾਸ ਜੀ, ਤੇ ਉਹਨਾਂ ਦੇ ਅੰਦਰ ਸਿੱਖੀ ਦਾ ਪਿਆਰ, ਪ੍ਰੇਮਾ, ਭਗਤੀ, ਸੇਵਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੇਖ ਲਈਆਂ ਸਨ। ਇਸੇ ਵਾਸਤੇ ਹੀ ਉਹਨਾਂ ਦੇ ਮਨ ਵਿੱਚ ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਕਰਨ ਦੀ ਗੱਲ ਵੀ ਦਿਮਾਗ ਵਿੱਚ ਘੁੰਮਣ ਲੱਗ ਪਈ। ਸਿੱਖ ਇਤਿਹਾਸ ਇਹ ਗੱਲ ਲਿਖਦਾ ਹੈ ਕਿ ਘੁੰਗਣੀਆਂ ਵੇਚਣ ਵਾਲੇ ਦੀ ਕਿਰਤ ਜਿਹੜੀ ਸੀ ਉਹ ਗੁਰੂ ਰਾਮਦਾਸ ਜੀ ਨੇ ਬੰਦ ਨਹੀਂ ਕੀਤੀ। ਤੇ ਉੱਥੇ ਹੋ ਸਕਦਾ ਹੈ ਕੋਈ ਛੋਟੀ ਮੋਟੀ ਕੋਈ ਹੱਟੀ ਹੁੱਟੀ ਪਾ ਲਈ ਹੋਵੇ, ਪਰ ਹੱਟੀਆਂ ਦੁਕਾਨਾਂ ਦਾ ਕਿਉਂਕਿ ਜਦ ਨਵਾਂ ਨਗਰ ਵਸਦਾ ਹੈ ਤੇ ਉਹ ਬਣ ਜਾਣਾ ਇੱਕ ਸੁਭਾਵਿਕ ਜੀ ਗੱਲ ਹੁੰਦੀ ਹੈ। ਪਰ ਇਹ ਗੱਲ ਕਿਤੇ ਵੀ ਕੋਈ ਇਤਿਹਾਸ ਵਿੱਚ ਪੱਕੀ ਤਰ੍ਹਾਂ ਨਹੀਂ ਮਿਲਦੀ। ਪਰ ਇੰਨਾ ਜ਼ਰੂਰ ਮਿਲਦਾ ਹੈ ਕਿ ਭਾਈ ਜੇਠੇ ਨੇ ਗੋਇੰਦਵਾਲ ਦੀ ਧਰਤੀ ਤੇ ਸੇਵਾ ਕਰਦਿਆਂ ਹੋਇਆ ਵੀ ਆਪਣੇ ਜੀਵਨ ਦੇ ਨਿਰਵਾਹ ਦੇ ਲਈ ਘੁੰਗਣੀਆਂ ਵੇਚਣ ਦਾ ਕੰਮ ਜਿਹੜਾ ਸੀ ਉਹ ਨਾਲ ਜਾਰੀ ਰੱਖਿਆ। ਮਾਰਚ 1552 ਦਾ ਉਹ ਦਿਨ ਆਉਂਦਾ ਹੈ ਜਿਸ ਦਿਨ ਗੁਰੂ ਅੰਗਦ ਦੇਵ ਜੀ ਸਾਰੀ ਸੰਗਤ ਨੂੰ ਇਕੱਠੀ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਖਜ਼ਾਨਾ, ਆਪਣੀ ਰਚੀ ਬਾਣੀ ਗੁਰੂ ਅਮਰਦਾਸ ਜੀ ਦੇ ਸਪੁਰਦ ਕਰ ਦਿੱਤੀ। ਤੇ 29 ਮਾਰਚ ਸਨ 1552 ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਹਨ। ਗੁਰੂ ਅਮਰਦਾਸ ਜੀ ਫਿਰ ਖਡੂਰ ਤੋਂ ਗੋਇੰਦਵਾਲ ਆ ਟਿਕਦੇ ਹਨ। ਉਸ ਸਮੇਂ ਗੁਰੂ ਰਾਮਦਾਸ ਜੀ ਦੀ ਉਮਰ ਕੋਈ 19 ਸਾਲਾਂ ਦੀ ਬਣਦੀ ਹੈ, ਤਕਰੀਬਨ 19 ਸਾਲਾਂ ਦੀ ਉਮਰ ਬਣਦੀ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਜਾਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਜੋ ਨਵਾਂ ਨਗਰ ਗੋਇੰਦਵਾਲ ਸੀ, ਇਹਨੂੰ ਸਿੱਖੀ ਦੇ ਪ੍ਰਚਾਰ ਦਾ ਇੱਕ ਕੇਂਦਰ ਬਣਾ ਦਿੱਤਾ। ਪਹਿਲਾਂ ਸੰਗਤਾਂ ਖਡੂਰ ਸਾਹਿਬ ਵਿਖੇ ਜੁੜਦੀਆਂ ਸਨ, ਹੁਣ ਉਹ ਸੰਗਤਾਂ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਗੋਇੰਦਵਾਲ ਦੀ ਧਰਤੀ ਤੇ ਆਉਣ ਲੱਗ ਪਈਆਂ। ਜੇਠਾ ਜੀ ਬਹੁਤਾ ਸਮਾਂ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ। ਸਰੀਰਕ ਲੋੜਾਂ ਤਾਂ ਉਹਨਾਂ ਨੇ ਬਹੁਤ ਘਟਾ ਹੀ ਦਿੱਤੀਆਂ ਸਨ। ਥੋੜੀ ਬਹੁਤੀ ਕਿਰਤ ਕਰਕੇ ਗੁਜ਼ਾਰਾ ਕਰਦੇ। ਲੰਗਰ ਦਾ ਭਾਵੇਂ ਖੁੱਲਾ ਵਰਤਦਾ ਸੀ, ਪਰ ਆਪ ਕਿਰਤ ਕਰਕੇ ਆਹਾਰ ਕਰਦੇ ਤੇ ਇੱਕ ਸੱਚੇ ਸਿੱਖ ਦੇ ਰੂਹ ਵਿੱਚ ਘਾਲ ਘਾਲ ਕੇ ਆਪਣੀ ਕਮਾਈ ਕਰਕੇ ਹੱਥੋਂ ਦੇ ਕੇ ਭਲਾ ਬਣਾਉਣ ਵਾਲਾ ਜੋ ਸਿਧਾਂਤ ਸੀ ਉਹ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚੋਂ ਨਹੀਂ ਛੱਡਿਆ। ਸਿੱਖ ਦੀ ਜ਼ਿੰਦਗੀ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ। ਇੱਥੇ ਮੈਂ ਇੱਕ ਹੋਰ ਘਟਨਾ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਜੋ ਇਹਦੇ ਨਾਲ ਮੇਰੇ ਕੋਲ ਯਾਦ ਵਿੱਚ ਆਈ। ਭਾਈ ਮੰਝ ਜੋ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਲੰਗਰ ਦੀ ਸੇਵਾ ਵਿੱਚ ਲੱਗਦਾ ਹੈ ਤੇ ਸਤਿਗੁਰੂ ਨੇ ਇੱਕ ਸਵਾਲ ਕੀਤਾ, ਭਾਈ ਮੰਝ ਲੰਗਰ ਵਿੱਚੋਂ ਪ੍ਰਸ਼ਾਦਾ ਕਿੱਥੋਂ ਛਕਦੇ ਹੋ? ਤੇ ਗੁਰੂ ਸਾਹਿਬ ਭਾਈ ਮੰਝ ਕਹਿਣ ਲੱਗਾ, ਜੀ ਗੁਰੂ ਕੇ ਲੰਗਰ ਵਿੱਚੋਂ ਹੀ ਛਕ ਲਈਦਾ ਹੈ। ਤੇ ਮਹਾਰਾਜ ਨੇ ਅੱਗੋਂ ਕਿਹਾ, ਭਾਈ ਮੰਝ ਫਿਰ ਜਿੰਨੀ ਕੁ ਸੇਵਾ ਕੀਤੀ ਉਹਦਾ ਮੁਆਵਜ਼ਾ ਤਾਂ ਤੂੰ ਨਾਲੋਂ ਨਾਲ ਲਈ ਜਾਂਦਾ।
उस दिन तो भाई मंझ ने एक पंड ਲੱਕੜ ਦੀ ਗੁਰੂ ਕੇ ਲੰਗਰ ਲਈ ਤੇ ਇੱਕ ਪੰਡ ਆਪਣੇ ਜੀਵਨ ਨਿਰਵਾਹ ਲਈ ਰੋਜ਼ ਵੱਢਣੀ, ਕੱਟ ਕੇ ਲਿਆਉਣੀ, ਉਹਨੂੰ ਵੇਚ ਕੇ ਆਪਣੀ ਰੋਟੀ ਪਾਣੀ ਦਾ ਗੁਜ਼ਾਰਾ ਕਰਨਾ। ਪਰ ਅੱਜ ਦੇਖੋ ਸਾਡੀ ਹਾਲਤ ਕੀ ਹੈ। ਅਸੀਂ ਘਰੋਂ ਪ੍ਰਸ਼ਾਦੇ ਛਕ ਕੇ ਨਹੀਂ ਜਾਂਦੇ, ਜਾ ਕੇ ਸਾਰਾ ਕੁਝ ਉਹੀ ਖਿਆਲ ਹੁੰਦਾ ਕਿ ਗੁਰੂ ਕਾ ਲੰਗਰ, ਬਸ ਪ੍ਰਸ਼ਾਦਾ ਕੇ ਲੰਗਰ ਚੋਂ ਜਾ ਕੇ ਛਕਾਂਗੇ। ਚੰਗੇ ਭਲੇ ਰੱਜੇ ਹੋਏ ਘਰਾਂ ਵਾਲੇ ਵੀ ਅਸੀਂ ਲੰਗਰ ਵਿੱਚੋਂ ਸੇਵਾ ਤਾਂ ਨਹੀਂ ਕਰਨੀ, ਲੇਕਿਨ ਇਹ ਕੰਮ ਸਾਡੇ ਜੀਵਨ ਵਿੱਚ ਜ਼ਰੂਰ ਆ ਚੁੱਕਾ ਹੈ। ਇਹ ਸਾਡੇ ਅੰਦਰ ਇੱਕ ਗਿਰਾਵਟ ਦੀ ਨਿਸ਼ਾਨੀ ਹੈ, ਖਿਆਲ ਕਰਨਾ। हाँ, लंगर चो प्रशादा छकना माड़ी गल नहीं, पर लंगर की सेवा करनी भी इस गुरु के सिख का उन्ना ही फर्ज बनता है। जिहड़ी गुरु रामदास महाराज के जीवन की घाल विचों सानू नजर आउंदी है, उत्थों मिलती है। भाई जेठा जी का जीवन का ढंग तां गुरु अमरदास जी ने वेख लिया सी। पिछले 12-13 सालों तो सांझ बनी हुई ते ओ भाई जेठा जी ती हौली हौली गुरसिੱਖੀ ਦੀਆਂ पौड़ियां नूं तां चढ़दे ही जांदे सन। इसे गल्लां नूं देख के भाई गुरु अमरदास जी ने अपनी सपुत्री बीबी भानी का विआह सन 1553 नूं इस बालक नाल, जिन्हों भाई जेठा, जिन्हों असीं बाद विच गुरु रामदास जी कहने आ, उहदे नाल कर दिता। हुण इत्थे गल होर बड़ी कमाल दी है। रिश्ते करन लग्गिआं, बच्चियां दे रिश्ते करन लग्गिआं, आम तौर ते असीं दौलत वेखदे हां, पैसा वेखदे हां, स्टेटस वेखदे हां, बच्चे बच्ची दा स्टेटस की है। पर गुरु अमरदास महाराज सच्चे पातशाह जी ने रिश्ता करके एक पूर्णा पाया। भले वो रिश्ता करन लग्गिआं पहला गुरसिੱਖੀ देखी जावे भी बच्चे बच्ची च गुरसिੱਖੀ किन्नी है। ये गल जिहड़ी मिलती है गुरु रामदास जी के जीवन तो बड़ी कमाल दी है। जिहड़ी बाबा अमरदास, गुरु अमरदास सच्चे पातशाह जी ने अपनी सपुत्री का रिश्ता करन लग्गिआं ये नहीं देखिया भी ये यतीम बच्चा है, ये घुंगणियां वेच के गुजारा करता है। ये देखा कि ये गुरसिੱਖੀ ते प्यार नाल भरी हुई वो जीवन की गाथा ते उहदे च निमरता के गुण किन्ने हन। बस उन्हां गुणां नूं देख के इस भाई जेठे नाल अपनी बच्ची का रिश्ता करके उहदे लड़ ला दिता। ते बीबी भानी जी भी गुरु के उपदेशों की कमाई करने वाले सन। सेवा करके उन्होंने भी अपने पिता जी के दिल में खास थां बनाई हुई सी। उन्हां दा सुभाव ही निमरता वाला, बहुत ही श्रेष्ठ बुद्धि उन्होंने सी, तिखी बुद्धि के मालिक सन बीबी भानी जी। तो गुरु पिता की जी उन्होंने सेवा की, उहदा बहुत सारा जिक्र सानू महिमा प्रकाश के होर पुस्तकों च मिलता है। वो जिक्र करना बहुत लंबा समय लगेगा, मैं उसनूं छड्ड के अगे नूं तुरदा। सन 1553 के शुरू में गुरु अमरदास महाराज जी कुरुक्षेत्र ते हरिद्वार आदि दूजे धर्मां दे तीर्थां दे उत्ते निकलते हैं। किस वास्ते? मनुखता नूं जीवन का सही रस्ता दस्सण लई। इस गल नूं गुरु रामदास महाराज जदों गुरु बनते हैं तो उन्होंने अपनी बाणी विच भी ये गल का जिक्र किया। तीर्थ उद्यम सतगुरु किया, सब लोग उदरन अर्था। भी मेरे सतगुरु ने ये जे तीर्थां ते जाण दा जो उद्यम किया सी, ये लोकां दा पार उतारा करन लई कीता सी, मनुखता नूं तारण दा सही रस्ता दस्सण लई कीता सी। सिख संगतां तो नाल गुरु रामदास महाराज भी उस वेले नाल गए सन इन्हां दोनों तीर्थां दे उत्ते। 1553 जनवरी के महीने विच कुरुक्षेत्र विच सतगुरु जी पहुंचते हैं। सूरज ग्रहण उस दिन कहंदे लगा होया सी ते जो पखंड चलदा सी उस वेले अबीज पुरब बारे प्रोफैसर साहब सिंह जी ने भी लिखिया भी उसले अबीज का पुरब सी। जो प्रोफैसर साहब सिंह जी जीवन नूं पढ़दे हां उन्हें गुरु अमरदास जी ते गुरु रामदास जी दे उन्होंने उत्थे सारा कुछ दिता। बीज पुरब की है उहदे नाल जे समा होर बहुत लगेगा। उस तो अगे नूं आपां तुरदे हां भी इन्हां दिन पुरबां दे उत्ते गुरु अमरदास महाराज सच्चे पातशाह जी लोकां नूं इह गल समझाउण लई गए कि पाप नहाउण नाल खत्म नहीं हुंदे। पाप सर्व व्यापक परमात्मा की याद ते सिमरन करन नाल, विकारां दा त्याग करन नाल ते शुभ कर्म करन नाल ही पापां दा खात्मा हुंदा है। केवल ये सोच लिया कि असीं इशनान करन आए हाँ तो इशनान करके साडे पाप लथ जाणगे। गुरु अमरदास महाराज ने कहा नहीं, पापां दा खात्मा गुणां नाल कीता जा सकता है, केवल इशनान पाप नूं खत्म नहीं कर सकते। इत्थों सतगुरु जी कुरुक्षेत्र तो पिपली, करनाल, पाणीपत ते शामली दे रस्ते जमुना नूं पार करते हैं। ते गुरु पातशाह जी संगतां दे इकट्ठ भी उन्हां दे नाल सन। मसूल जिहड़े ग्रहण करते सन, पर सतगुरु गुरु अमरदास जी के काफले तो मसूल भी नहीं लिया गया। उस तरह बिना मसूल लैन तो ही सतगुरु जी ने जमुना नदी नूं पार किया। आम जनता उत्ते
ਇਸ ਸ਼ਖਸੀਅਤ ਦਾ ਪ੍ਰਭਾਵ ਜਿਹੜਾ ਸੀ ਗੁਰੂ ਘਰ ਦਾ ਬਹੁਤ ਵੱਧਦਾ ਚਲਾ ਗਿਆ। ਇਸ ਪ੍ਰਚਾਰ ਦੌਰੇ ਵਿੱਚ ਆਪ ਜੀ ਨੇ ਲੋਕਾਂ ਨੂੰ ਜੋਗੀਆਂ, ਪੀਰਾਂ, ਪੈਗੰਬਰਾਂ ਜਾਂ ਹੋਰ ਸੰਨਿਆਸੀਆਂ, ਸਾਧੂ ਸੰਤਾਂ, ਵਿਦਵਾਨਾਂ ਨਾਲ ਕਈ ਗੋਸ਼ਟੀਆਂ ਕੀਤੀਆਂ ਤੇ ਸਤਿਗੁਰੂ ਨੇ ਲੋਕਾਂ ਨੂੰ ਜੀਵਨ ਦਾ ਸਹੀ ਮਾਰਗ ਸਮਝਾਇਆ। ਇਹ ਕਹਿ ਸਕਦਾ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਨੇ ਇਸ ਪ੍ਰਚਾਰ ਫੇਰੀ ਦੇ ਵਿੱਚ ਗੁਰਮਤ ਵਿਚਾਰਧਾਰਾ ਦਾ ਨਗਾਰਾ ਵਜਾ ਦਿੱਤਾ, ਜਾਂ ਗੁਰਮਤਿ ਵਿਚਾਰਾਂ ਦਾ ਡੰਕੇ ਵਜਾ ਦਿੱਤੇ। ਗੁਰੂ ਅਮਰਦਾਸ ਜੀ ਦੀ ਜੈ ਜੈਕਾਰ ਹਰ ਪਾਸੇ ਹੁੰਦੀ ਤੇ ਗੁਰੂ ਰਾਮਦਾਸ ਮਹਾਰਾਜ ਦਾ ਹਿਰਦਾ ਹੋਰ ਪਿਆਰ ਤੇ ਸ਼ਰਧਾ ਨਾਲ ਭਰ ਜਾਂਦਾ। ਤਾਂ ਹੀ ਉਹਨਾਂ ਨੇ ਫਿਰ ਇਹ ਜ਼ਿਕਰ ਜਿਹੜਾ ਕੀਤਾ, ਜਿਹੜਾ ਸ਼ਬਦ ਮੈਂ ਆਪ ਜੀ ਨੂੰ ਬੇਨਤੀ ਕੀਤੀ, 1116 ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਨਾਵਰ ਪੁਰਬ ਬੀਜ ਗੁਰ ਸਤਿਗੁਰ ਦਰਸ ਪਿਆ। ਜੋ ਬੀਜ ਪੁਰਬ ਤੇ ਗੁਰੂ ਨਾਨਕ ਦੇ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਪਹੁੰਚਦੇ ਹਨ, ਉਹਨਾਂ ਨੇ ਸਾਰਾ ਜ਼ਿਕਰ ਕੀਤਾ। ਆਪਨੇ ਗੱਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ 'ਚ ਗੱਲ ਸਪਸ਼ਟ ਕਰ ਦਿੱਤੀ ਕਿ ਗੁਰੂ ਅਮਰਦਾਸ ਮਹਾਰਾਜ ਤੀਰਥਾਂ ਦੇ ਉੱਤੇ ਕਈ ਸ਼ਰਧਾ ਭਾਵਨਾ ਨਾਲ ਨਹੀਂ ਸਨ ਗਏ, ਲੋਕਾਂ ਨੂੰ ਜੀਵਨ ਦਾ ਸਹੀ ਰਸਤਾ ਦੱਸ ਕੇ ਉਹਨਾਂ ਦੇ ਕਲਿਆਣ ਕਰਨ ਲਈ ਗਏ ਸਨ। ਆਪ ਜੀ ਦਾ ਜੋ ਫਰਮਾਨ ਪਹਿਲਾਂ ਵੀ ਮੈਂ ਬੋਲਿਆ ਹੈ, ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ, ਇਹ ਗੱਲ ਜ਼ਰੂਰੀ ਉਹਨਾਂ ਨੇ ਪੱਕੀ ਸਾਰੇ ਸੰਗਤ ਨੂੰ ਕਰਾ ਦਿੱਤੀ। ਇੱਕ ਹੋਰ ਘਟਨਾ ਵਾਪਰਦੀ ਹੈ, ਜਦੋਂ ਧਰਮ ਪ੍ਰਚਾਰ ਵੱਧਦਾ ਹੈ, ਧਰਮ ਦੀ ਜੈ ਜੈਕਾਰ ਹੁੰਦੀ ਹੈ ਤੇ ਵਿਰੋਧੀ ਵੀ ਪੈਦਾ ਹੋ ਜਾਂਦੇ ਹਨ। ਬ੍ਰਾਹਮਣ ਦੀਆਂ ਚਾਲਾਂ ਜਿਹੜੀਆਂ ਉਹ ਵੀ ਵੱਧ ਗਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬ੍ਰਾਹਮਣ ਦੇ ਜੂਲੇ ਹੇਠੋਂ ਨਿਕਲ ਕੇ ਗੁਰਮਤ ਦੇ ਨਾਲ ਜੁੜਦੇ ਜਾਂਦੇ ਸਨ ਤੇ ਇਹ ਵਿਹਲੜ ਲੋਕ ਜਿਹੜੇ ਮੋਜਾਂ ਮਾਣਦੇ, ਇਹਨਾਂ ਨੂੰ ਗੁਰੂ ਘਰ ਦੀਆਂ ਇਹ ਵੱਧਦੀ ਹੋਈ ਸ਼ੋਭਾ ਚੰਗੀ ਨਹੀਂ ਸੀ ਲੱਗਦੀ। ਗੁਰੂ ਅਮਰਦਾਸ ਦੇ ਸਮੇਂ ਉਹਨਾਂ ਨੂੰ ਇੱਕ ਐਸਾ ਮੌਕਾ ਮਿਲ ਗਿਆ, ਉਹਨਾਂ ਨੇ ਗੋਇੰਦਾ ਮਰਵਾਹੇ ਦੇ ਪੁੱਤਰਾਂ ਨੂੰ ਚੁੱਕਿਆ ਕਿ ਗੁਰੂ ਅਮਰਦਾਸ ਨੇ ਤੁਹਾਡੇ ਪਿਤਾ ਦੀ ਜ਼ਮੀਨ ਦੇ ਉੱਤੇ ਨਗਰ ਵਸਾ ਕੇ ਤੁਹਾਡੇ ਨਾਲ ਬੜਾ ਧੱਕਾ ਕੀਤਾ, ਤੁਸੀਂ ਸਰਕਾਰੀ ਦਰਬਾਰੇ ਫਰਿਆਦ ਕਰੋ ਤੇ ਆਪਣਾ ਹੱਕ ਲਵੋ। ਗੋਇੰਦਵਾਲ ਦਾ ਜਿਹੜਾ ਹਰੀ ਰਾਮ ਤਪਾ ਦਾ ਨਾਮ ਖਾਸ ਕਰਕੇ ਆਉਂਦਾ ਹੈ, ਜਿਸ ਦੀ ਲਾਲਚੀ ਬਿਰਤੀ ਦਾ ਪਾਜ ਗੁਰੂ ਪਾਤਸ਼ਾਹ ਜੀ ਨੇ ਬਾਅਦ ਚ ਉਗਾੜਿਆ ਵੀ ਹੈ। ਉਹ ਵੀ ਚੰਡਾਲ ਚੌਂਕੜੀ ਵਿੱਚ ਸ਼ਾਮਿਲ ਹੋ ਗਿਆ, ਇਸ ਚੌਂਕੜੀ ਵੀ ਸ਼ਾਮਿਲ ਹੋ ਗਿਆ, ਗੁਰੂ ਦੇ ਵਿਰੋਧੀਆਂ ਵੀ ਸ਼ਾਮਿਲ ਹੋ ਗਿਆ। ਸਭ ਨੇ ਮਿਲ ਕੇ ਗੁਰੂ ਅਮਰਦਾਸ ਜੀ ਦੇ ਖਿਲਾਫ ਲਾਹੌਰ ਦਰਬਾਰ ਜਾ ਕੇ ਸ਼ਿਕਾਇਤ ਕਰ ਦਿੱਤੀ। ਲਾਹੌਰ ਦਾ ਗਵਰਨਰ ਉਸ ਵੇਲੇ ਖਿਜ਼ਰ ਖਵਾਜਾ ਖਾਨ ਸੀ, ਜੋ ਉਹ ਸਾਰੀ ਦੇਖਭਾਲ ਕਰਨ ਲਈ ਇੱਥੇ ਗੋਇੰਦਵਾਲ ਆਉਂਦਾ ਹੈ। ਅਸਲੀਅਤ ਦਾ ਪਤਾ ਜਦੋਂ ਉਹਨੂੰ ਲੱਗ ਗਿਆ ਤਾਂ ਉਹਨੇ ਮਰਵਾਏ ਚੌਧਰੀ ਦੇ ਉੱਤੇ ਮੁਕੱਦਮਾ ਜਿਹੜਾ ਸੀ ਉਹ ਖਾਰਜ ਕਰ ਦਿੱਤਾ। ਪਰ ਜੀ ਇਹਨਾਂ ਨੇ ਆਪਣਾ ਦਿਲ ਨਹੀਂ ਛੱਡਿਆ ਵੀ ਹੁਣ ਸਾਡਾ ਮੁਕੱਦਮਾ ਖਾਰਜ ਹੋ ਗਿਆ। ਉਹਨਾਂ ਨੇ ਗੋਇੰਦੇ ਪੁੱਤਰ ਨੂੰ ਅਕਬਰ ਦੇ ਦਰਬਾਰ ਵਿੱਚ ਭੇਜ ਦਿੱਤਾ ਵੀ ਜਾਓ ਅਕਬਰ ਦੇ ਦਰਬਾਰ ਜਾ ਕੇ ਸਿੱਧੀ ਸ਼ਿਕਾਇਤ ਕਰੋ। ਉਹਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਰੋ ਕੇ ਉੱਥੇ ਜਾ ਕੇ ਫਰਿਆਦ ਵੀ ਕੀਤੀ। ਅਕਬਰ ਨੇ ਪੂਰੀ ਜਾਂਚ ਪੜਤਾਲ ਜਦੋਂ ਕਰਵਾਈ ਤੇ ਉਹਦੇ ਮਗਰੋਂ ਲਾਹੌਰ ਦੇ ਗਵਰਨਰ ਨੂੰ ਜਿਹੜੀ ਕੀਤੀ ਹੋਈ ਇਨਕੁਆਇਰੀ ਸੀ ਉਹਦਾ ਵੇਰਵਾ ਉਹਨੇ ਹਾਸਲ ਕੀਤਾ ਤੇ ਉਹਦੀ ਸ਼ਿਕਾਇਤ ਨੂੰ ਫਿਰ ਖਾਰਜ ਕਰ ਦਿੱਤਾ। ਝੂਠਾ ਸਾਬਤ ਹੋਣ ਤੇ ਮਰਵਾਏ ਚੌਧਰੀ ਦੀ ਬਹੁਤ ਬੇਇੱਜ਼ਤੀ ਹੋਈ। ਘਰ ਆਇਆ ਤਾਂ ਰਿਸ਼ਤੇਦਾਰਾਂ ਤੇ ਲੋਕਾਂ ਨੇ ਵੀ ਉਹਨੂੰ ਲਾਹਨਤਾਂ ਪਾਈਆਂ ਵੀ ਗੁਰੂ ਸਾਹਿਬ ਦੇ ਵਿਰੁੱਧ ਝੂਠੀ ਦੂਸ਼ਣਬਾਜ਼ੀ ਕਰਕੇ ਤੇਰਾ ਨਤੀਜਾ ਇਹੋ ਹੀ ਨਿਕਲਣਾ ਸੀ ਜੋ ਕੁਝ ਹੋਇਆ। ਇਹਦੇ ਬਾਰੇ ਵੀ ਇੱਕ ਸ਼ਬਦ ਬਹੁਤ ਵੱਡਾ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਗੁਰੂ ਬਣਨ ਤੋਂ ਬਾਅਦ ਲਿਖਿਆ ਹੈ, ਉਹਦਾ ਜ਼ਿਕਰ ਜਿਹੜਾ ਹੈ ਅਸੀਂ ਜਿਵੇਂ ਜਿਵੇਂ ਸਮਾਂ ਅੱਗੇ ਆਏਗਾ ਆਪਾਂ ਉਸ ਸ਼ਬਦ ਦਾ ਜ਼ਿਕਰ ਵੀ ਕਰਾਂਗੇ। ਫਿਰ ਉਸ ਤੋਂ ਬਾਅਦ ਆਉਂਦਾ ਵੀ 1566 ਦਾ ਇੱਕ ਸਾਲ ਆਉਂਦਾ, ਲਾਹੌਰ ਦੇ ਵਿੱਚ ਅਕਬਰ ਆਇਆ ਹੋਇਆ ਸੀ। ਉਹਦਾ ਭਰਾ ਜਿਹੜਾ ਸੀ ਉਹ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈਣ ਦੀਆਂ ਸਕੀਮਾਂ ਬਣਾ ਰਿਹਾ ਸੀ। ਉਹਦੀ ਬਗਾਵਤ ਨੂੰ ਦਿਖਾਉਣ ਲਈ ਅਕਬਰ ਜਿਹੜਾ ਲਾਹੌਰ ਆਇਆ। ਅਕਬਰ ਹੁਣ ਗੁਰੂ ਸਾਹਿਬ ਦੀਆਂ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਤਾਂ ਜਾਣੂ ਹੋ ਹੀ ਚੁੱਕਿਆ ਸੀ। ਉਹਨੇ ਜਦੋਂ ਉਹਦੇ ਨਾਲ ਸ਼ਿਕਾਇਤ ਕੀਤੀ ਕਿ ਉਹ ਇੱਕ ਪਾਸੜ ਪ੍ਰਭਾਵ ਨਹੀਂ ਸੀ ਦੇਣਾ ਚਾਹੁੰਦਾ। ਉਹਨੇ ਕਿਹਾ ਵੀ ਗੁਰੂ ਅਮਰਦਾਸ ਜੀ ਨੂੰ ਸੁਨੇਹਾ ਭੇਜਿਆ ਵੀ ਜੋ ਸ਼ਿਕਾਇਤਾਂ ਤੁਹਾਡੇ ਖਿਲਾਫ ਆਈਆਂ ਹਨ, ਤੁਸੀਂ ਗੁਰੂ ਜਾਂ ਆਪ ਦਰਸ਼ਨ ਦਿਓ ਜਾਂ ਆਪਣੇ ਕਿਸੇ ਵਿਅਕਤੀ ਨੂੰ ਜਾਂ ਪ੍ਰਤੀਨਿਧ ਨੂੰ ਭੇਜੋ ਜੋ ਆ ਕੇ ਸ਼ਿਕਾਇਤਾਂ ਜਿਹੜੀਆਂ ਦੂਰ ਕਰ ਸਕੇ। ਤਾਂ ਗੁਰੂ ਅਮਰਦਾਸ ਜੀ ਨੇ ਗੁਰਮਤ ਦਾ ਪੱਖ ਪੇਸ਼ ਕਰਨ ਦੇ ਲਈ ਇਹ ਗੁਰੂ ਰਾਮਦਾਸ ਮਹਾਰਾਜ, ਭਾਈ ਜੇਠਾ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਨੂੰ ਹੀ ਸਭ ਤੋਂ ਅੱਗੇ ਸਮਝਿਆ ਤੇ ਲਾਹੌਰ ਦੇ ਜਾ ਕੇ ਉਹਨਾਂ ਨੂੰ ਲਾਹੌਰ ਭੇਜਿਆ। ਨਾਲ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਵੀ ਨਾਲ ਜਾਂਦੇ ਹਨ। ਗੁਰੂ ਰਾਮਦਾਸ ਜੀ ਨੇ ਇੱਕ ਸ਼ਿਕਾਇਤ ਦਾ ਦਲੀਲ ਦੇ ਨਾਲ ਉੱਤਰ ਦਿੱਤਾ। ਗੁਰਮਤ ਸਿਧਾਂਤਾਂ ਦੀ ਐਸੀ ਕਮਾਲ ਦੀ ਵਿਆਖਿਆ ਗੁਰੂ ਰਾਮਦਾਸ ਮਹਾਰਾਜ ਨੇ ਉੱਥੇ ਕੀਤੀ ਕਿ ਦਰਬਾਰੀ ਵਿਦਵਾਨ ਜਿਹੜੇ ਸੀ ਪੂਰੀ ਤਰ੍ਹਾਂ ਚੁੱਪ ਹੋ ਗਏ। ਪੂਰੀ ਤਰ੍ਹਾਂ ਉਹਨਾਂ ਦੀ ਜ਼ੁਬਾਨ ਤੋਂ ਸ਼ਬਦ ਵੀ ਨਹੀਂ ਨਿਕਲਿਆ। ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਸਨ ਦਰਬਾਰ ਦੇ, ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਕਹੇ ਦਿੱਤੇ ਹੋਏ ਜਵਾਬਾਂ ਦੇ ਉੱਤੇ ਕੋਈ ਸਵਾਲ ਕਰਨਾ ਵੀ ਨਾ ਆਇਆ। ਬ੍ਰਾਹਮਣ ਪੂਰੀ ਤਰ੍ਹਾਂ ਜਿਹੜੇ ਸੀ ਉੱਥੋਂ ਨਿਰ ਉੱਤਰ ਜੇ ਹੋ ਗਏ। ਆਪ ਨੇ ਬਾਦਸ਼ਾਹ ਨੂੰ ਇਹ ਵੀ ਦੱਸਿਆ ਕਿ ਧਰਮ ਸਥਾਨ ਤੀਰਥਾਂ ਦੇ ਉੱਤੇ ਹਿੰਦੂਆਂ ਕੋਲੋਂ ਜੋ ਤੂੰ ਟੈਕਸ ਲੈਂਦਾ ਹੈ ਉਹ ਨਾ ਲਿਆ ਜਾਵੇ ਤੇ ਉਸ ਵੇਲੇ ਜਿਹੜੀ ਸਤੀ ਦੀ ਰਸਮ ਸੀ ਉਹਨੂੰ ਵੀ ਰੋਕਿਆ ਜਾਵੇ। ਇਹ ਇਸਤਰੀ ਜਾਤੀ ਤੇ ਇੱਕ ਵੱਡਾ ਜ਼ੁਲਮ ਹੈ।
ਇਹ ਵਿਚਾਰ ਚਰਚਾ ਦੇ ਸਮੇਂ ਜਦੋਂ ਅਕਬਰ ਨੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਜਦੋਂ ਪ੍ਰਭਾਵਿਤ ਹੁੰਦਾ ਹੈ ਤੇ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦਾ ਮਨ ਵੀ ਉਹਦਾ ਬਣਾ ਲਿਆ। ਦਿੱਲੀ ਨੂੰ ਵਾਪਸ ਜਾਂਦੇ ਆ ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦਾ ਹੈ। ਪਹਿਲਾਂ ਆਮ ਲੋਕਾਂ ਨਾਲ ਪੰਗਤ 'ਚ ਬੈਠ ਕੇ ਉਸਨੇ ਲੰਗਰ ਵੀ ਛਕਿਆ। ਆਪ ਜੀ ਨੂੰ ਥੋੜਾ ਜਿਹਾ ਗਿਆਤ ਹੋਵੇ ਤਾਂ ਮਹੇਸ਼ਦਾਸ ਦਾ ਬ੍ਰਾਹਮਣ ਵੀ ਉਹਦੇ ਨਾਲ ਸੀ, ਜਿਹਨੂੰ ਬੀਰਬਲ ਕਿਹਾ ਜਾਂਦਾ ਹੈ। ਮਹੇਸ਼ਦਾਸ ਨੇ ਲੰਗਰ ਵਿੱਚ ਬੈਠਣ ਤੋਂ ਪਹਿਲਾਂ ਇਨਕਾਰ ਕਰ ਦਿੱਤਾ, ਪਰ ਬਾਦਸ਼ਾਹ ਦੇ ਡਰ ਤੋਂ ਜਦੋਂ ਬਾਦਸ਼ਾਹ ਪੰਗਤ ਵਿੱਚ ਬੈਠਾ ਤੇ ਬਾਦਸ਼ਾਹ ਦੇ ਡਰ ਤੋਂ ਸਾਰੀ ਇਹ ਬ੍ਰਾਹਮਣਵਾਦੀ ਉਹਦੀ ਨਿਕਲ ਗਈ ਤੇ ਉਹਨੇ ਬੈਠ ਕੇ ਲੰਗਰ ਤਾਂ ਛਕ ਲਿਆ, ਪਰ ਗੁਰੂ ਘਰ ਦੇ ਵਿਰੁੱਧ ਸਕੀਮਾਂ ਨੂੰ ਉਹਨੂੰ ਫਿਰ ਆ ਗਿਆ, ਔਰ ਜਿਹੜਾ ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਵੀ ਇੱਕ ਕਾਰਨ ਬਣਿਆ। ਇਹਨਾਂ ਦਿਨਾਂ 'ਚ ਹੀ ਗੋਇੰਦਵਾਲ ਦੇ ਵਿੱਚ ਬੋਲੀ ਦੀ ਬਣਾਉਣ ਦੀ ਗੱਲ ਹੋਈ ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਉੱਤੇ ਟੋਕਰੀ ਚੁੱਕੀ ਹੋਈ ਤੇ ਟੋਕਰੀ ਢੋਂਦੇ ਤੇ ਸਰੀਰ ਸੋਹਣਾ ਗੋਰਾ ਰੰਗ, ਜਿਹੜਾ ਕਹਿੰਦੇ ਨੇ ਉਤੋਂ ਪਸੀਨੇ ਦੇ ਨਾਲ ਵਗਦੀਆਂ ਹੋਈਆਂ ਮਿੱਟੀ ਦੀਆਂ ਉਹ ਉਹਨਾਂ ਦੇ ਜੋ ਚਿਹਰੇ ਤੇ ਪੈਂਦੀਆਂ, ਤੇ ਉਹਨਾਂ ਦੇ ਲੋਕਾਂ ਨੇ ਬੜਾ ਕੁਝ ਸਵਾਲ ਕੀਤੇ। ਇੱਥੇ ਮੈਂ ਇੱਕ ਜ਼ਿਕਰ ਹੋਰ ਵੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਅਮਰਦਾਸ ਜੀ ਨੇ ਇਸ ਬੋਲੀ ਨੂੰ ਬਣਾਇਆ ਤੇ ਗੁਰੂ ਰਾਮਦਾਸ ਮਹਾਰਾਜ ਉਸ ਵੇਲੇ ਟੋਕਰੀ ਚੁੱਕ ਕੇ ਜੋ ਸੇਵਾ ਕਰਦੇ ਸਨ ਤੇ ਸ਼ਰੀਕਾਂ ਨੇ ਲਾਹੌਰ ਤੋਂ ਇਹ ਸੋਚਿਆ ਵੀ ਹੁਣ ਤਾਂ ਗੁਰੂ ਘਰ ਦਾ ਜਵਾਈ ਬਣ ਗਿਆ, ਹੁਣ ਤਾਂ ਉਹਦਾ ਖਾਸ ਖਿਆਲ ਹੁੰਦਾ ਹੋਏਗਾ, ਬੜੀ ਇੱਜ਼ਤ ਹੁੰਦੀ ਹੋਏਗੀ। ਉਹਨਾਂ ਦਿਨਾਂ ਵਿੱਚ ਜੋ ਕੁਝ ਬੰਦੇ ਹਰਿਦੁਆਰ 'ਚ ਬਰਾਦਰੀ ਦੇ ਜਾਣੇ ਸਨ ਤੇ ਉਹਨਾਂ ਨੇ ਕਿਹਾ ਵੀ ਗੋਇੰਦਵਾਲ ਚੁੱਕੇ ਉਹਨਾਂ ਲੰਘ ਕੇ ਜਾਇਆ ਜਾਵੇ। ਉਹਨਾਂ ਨੇ ਦੇਖਿਆ ਭਾਈ ਜੇਠੇ ਨੂੰ ਟੋਕਰੀ ਢੋਂਦਿਆਂ ਹੋਇਆਂ ਪਛਾਣਿਆ ਤੇ ਬੜੇ ਹੈਰਾਨ ਹੋਏ। ਆਖਣ ਲੱਗੇ ਵੀ ਜੇ ਸਹੁਰੇ ਘਰ ਆ ਕੇ ਹੀ ਟੋਕਰੀ ਢੋਣੀ ਸੀ ਤਾਂ ਕੰਮ ਲਾਹੌਰ ਵਿੱਚ ਕਰ ਲੈਣਾ ਸੀ, ਕੋਈ ਮਜ਼ਦੂਰਾਂ ਵਾਲੇ ਕੰਮ ਵੀ ਸਹੁਰੇ ਘਰ ਆ ਕੇ ਕਰਦਾ, ਇੱਥੇ ਆ ਕੇ ਤੂੰ ਸਾਡਾ ਨੱਕ ਕਿਉਂ ਵੱਢਿਆ? ਦੇਖੋ ਕਮਾਲ ਦੀ ਗੱਲ ਹੈ। ਫਿਰ ਗੁਰੂ ਅਮਰਦਾਸ ਜੀ ਨੂੰ ਉਹਨਾਂ ਨੇ ਅੱਗੋਂ ਹੋਰ ਕੁਝ ਕਹਿਤਾ ਵੀ ਤੁਸੀਂ ਸਾਡੇ ਇਸ ਸ਼ਰੀਕ ਭਰਾ ਤੋਂ ਇੰਨੇ ਨੀਵੇਂ ਕੰਮ ਕਰਾ ਰਹੇ ਹੋ, ਤੁਸੀਂ ਤਾਂ ਸਾਡੀ ਬਰਾਦਰੀ ਦੀ ਹੇਠੀ ਕਰ ਦਿੱਤੀ ਹੈ। ਦੱਸੋ ਵੀ ਇਹ ਹੇਠੀ ਉਦੋਂ ਨਾ ਹੋਈ ਜਦੋਂ ਆਪਣੇ ਘਰ ਚੋਂ ਕੱਢ ਦਿੱਤਾ ਸੀ, ਉਦੋਂ ਹੇਠੀ ਨਾ ਜੋ ਲਾਹੌਰ ਦੀਆਂ ਗੱਲਾਂ 'ਚ ਰੁਲਣ ਵਾਲੇ 7 ਸਾਲ ਦੇ ਬੱਚੇ ਨੂੰ ਨਾਨਕੇ ਘਰ ਭੇਜ ਦਿੱਤਾ ਸੀ। ਪਰ ਜਦੋਂ ਇਹ ਬੋਲੇ ਗੁੱਸੇ ਵਿੱਚ ਆ ਕੇ ਇਹ ਲੋਕ ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਵੀ ਭੁੱਲ ਗਏ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਵੀ ਨਾ ਕੀਤੀ। ਤੇ ਤੁਸੀਂ ਜਦੋਂ ਇਹੋ ਜਿਹਾ ਬੋਲ ਜਾਂ ਇਹੋ ਜਿਹਾ ਉਹਨਾਂ ਦਾ ਵਰਤੀਰਾ ਦੇਖਿਆ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਮਨ ਨੂੰ ਬੜੀ ਠੇਸ ਵੱਜ ਗਈ। ਸਤਿਗੁਰੂ ਆਪ ਟੋਕਰੀ ਥੱਲੇ ਰੱਖ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ। ਆਖਣ ਲੱਗੇ ਪਾਤਸ਼ਾਹ ਇਹਨਾਂ ਦੀਆਂ ਗੱਲਾਂ ਦਾ ਬੁਰਾ ਨਾ ਮਨਾਉਣਾ, ਇਹ ਅਣਜਾਣ ਹਨ, ਇਹਨਾਂ ਨੂੰ ਕੀ ਪਤਾ ਸੇਵਾ ਦੀ ਦਾਤ ਤਾਂ ਵੱਡੇ ਭਾਗਾਂ ਨਾਲ ਮਿਲਦੀ ਹੈ। ਸਤਿਗੁਰੂ ਜੀ ਜਿਵੇਂ ਤੁਸੀਂ ਹੋਰਨਾਂ ਦੋਖੀਆਂ ਨੂੰ ਮਾਫ ਕਰ ਦਿੰਦੇ ਹੋ, ਇਹਨਾਂ ਨੂੰ ਵੀ ਮਾਫ ਕਰ ਦਿਓ। ਕਿਆ ਪਿਆਰ ਹੈ ਗੁਰੂ ਰਾਮਦਾਸ ਮਹਾਰਾਜ ਦੇ ਹਿਰਦੇ ਵਿੱਚ, ਕਿਆ ਕਮਾਲ ਦਾ ਜੀਵਨ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਤੇ ਨਾਲ ਇੱਕ ਗੱਲ ਹੋਰ ਕਹੀ, ਕਹਿਣ ਲੱਗੇ ਪਾਤਸ਼ਾਹ ਇਹ ਭੂਲੇ ਨਹੀਂ ਜਾਣਦੇ, ਜਿਹੜਾ ਆਨੰਦ ਇਸ ਟੋਕਰੀ ਚੁੱਕ ਕੇ ਮੈਨੂੰ ਆਉਂਦਾ ਹੈ ਇਹ ਤਾਂ ਕਿਸੇ ਬਾਦਸ਼ਾਹ ਨੂੰ ਰਾਜ ਤਖਤ ਤੇ ਬੈਠ ਕੇ ਵੀ ਨਹੀਂ ਮਿਲਦਾ। ਇਸ ਟੋਕਰੀ ਦਾ ਜੋ ਆਨੰਦ ਮੈਨੂੰ ਮਿਲਦਾ ਹੈ, ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਕਹੇ ਸੱਚਮੁੱਚ ਅੱਖਾਂ ਵੀ ਭਰ ਆਈਆਂ, ਅੱਖਾਂ 'ਚੋਂ ਨੀਰ ਵੀ ਵਗ ਤੁਰਿਆ। ਤੇ ਇੰਨੀ ਨਿਮਰਤਾ ਗੁਰੂ ਦੇ ਭਾਵ ਵਿੱਚ ਰਹਿ ਕੇ ਸੇਵਾ ਕਰਕੇ ਇੰਨੀ ਪਿਆਰ ਗੁਰੂ ਦੇ ਨਾਲ ਬਣ ਗਿਆ ਕਿ ਗੁਰੂ ਤੋਂ ਦੂਰ ਹੋਣਾ ਹੀ ਉਹਨਾਂ ਲਈ ਮੁਸ਼ਕਲ ਹੋ ਗਿਆ। ਲਗਾਤਾਰ ਸੇਵਾ ਵਿੱਚ ਜੁਟੇ ਰਹਿੰਦੇ, ਯਾਤਰੀਆਂ ਦੀ ਸੇਵਾ ਕਰਦੇ। ਗੁਰੂ ਰਾਮਦਾਸ ਪਾਤਸ਼ਾਹ ਦੇ ਜਦੋਂ ਇੰਨੀ ਸੇਵਾ ਦੇਖੀ ਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸ਼ਾਬਾਸ਼ ਜ਼ਰੂਰ ਦਿੱਤੀ। ਇਸ ਤੋਂ ਵੱਡੀ ਗੱਲ ਜਿਹੜੀ ਕਵੀ ਸੰਤੋਖ ਸਿੰਘ ਨੇ ਵੀ ਲਿਖੀ ਹੈ ਸੂਰਜ ਪ੍ਰਤਾਪ ਗ੍ਰੰਥ ਵਿੱਚ ਵੀ, ਉਹਦੇ ਵਿੱਚ ਹੀ ਉਹਨੇ ਲਿਖਿਆ ਕਿ ਜਿਨ ਸੰਗਤ ਕੀ ਸੇਵਾ ਕਰੀ ਹਮਰੇ ਹਿਤ ਇਮ ਪ੍ਰੀਤ ਹਰੀ, ਸਿੱਖ ਮੇਰੇ ਸੇਵੇ ਅਨੁਰਾਗ ਅਮਰ ਨਾ ਤਿਸੀ ਹੀ ਕੋ ਵੱਡ ਭਾਗ। ਵੀ ਜਿਹੜੇ ਸਿੱਖ ਮੇਰੇ ਸਿੱਖ ਦੀ ਸੇਵਾ ਕਰਦੇ ਹਨ ਉਹਨਾਂ ਪ੍ਰਤੀ ਹੀ ਮੇਰੀ ਪ੍ਰੀਤ ਮੇਰੇ ਹਿਰਦੇ ਵਿੱਚ ਬਣਦੀ ਹੈ। ਗੁਰੂ ਅਮਰਦਾਸ ਜੀ ਦੇ ਕੋਲੋਂ ਉਹਨੇ ਬੋਲ ਬੋਲੇ ਹਨ ਵੀ ਜਿਹੜਾ ਜਿਨ ਸੰਗਤ ਕੀ ਸੇਵਾ ਕਰੀ ਹਮਰੇ ਹਿਤ ਇਮ ਪ੍ਰੀਤ ਧਰੀ, ਜਿਸ ਸਿੱਖ ਮੇਰੇ ਸੇਵੇ ਅਨੁਰਾਗ ਅਮਰ ਨਾ ਇਸ ਕੋ ਵੱਡ ਭਾਗ। ਜਿਹੜੇ ਪਿਆਰ ਨਾਲ ਮੇਰੇ ਸਿੱਖਾਂ ਦੀ ਸੇਵਾ ਕਰਦੇ ਹਨ ਉਹਨਾਂ ਦੇ ਭਾਗ ਵੱਡੇ ਹਨ ਤੇ ਉਹਨਾਂ ਤੇ ਗੁਰੂ ਦੀ ਖੁਸ਼ੀ ਹੈ। ਇਹ ਗੁਰੂ ਅਮਰਦਾਸ ਜੀ ਦੇ ਕੋਲੋਂ ਇਹ ਕਵੀ ਸੰਤੋਖ ਸਿੰਘ ਨੇ ਵੀ ਇਹਦੇ 'ਚ ਜ਼ਿਕਰ ਕੀਤਾ। ਗੁਰੂ ਰਾਮਦਾਸ ਮਹਾਰਾਜ ਦੀ ਜਦੋਂ ਸੰਤਾਨ ਦੀ ਗੱਲ ਕਰਦੇ ਹਾਂ, 3 ਪੁੱਤਰ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ, ਜੋ ਸਨ 1563 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਅਦ ਵਿੱਚ ਜਦੋਂ ਗੁਰੂ ਬਣਦੇ ਹਨ,
ਉਹ ਉਸ ਤੋਂ ਅਗਲੀ ਕਥਾ ਹੈ, ਅਗਲੀ ਕਹਾਣੀ ਹੈ। ਪਰ ਸਿੱਖੀ ਦੇ ਪ੍ਰਚਾਰ ਨੂੰ ਮਜ਼ਬੂਤ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨਗਰ ਵਸਾਇਆ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦੀ ਨਗਰੀ ਵਸਾਈ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਹ ਨਵਾਂ ਨਗਰ ਵਸਾਉਣ ਦੀ ਇੱਛਾ ਜ਼ਾਹਿਰ ਕੀਤੀ। ਗੁਰੂ ਰਾਮਦਾਸ ਜੀ ਨੂੰ ਇਹ ਕੰਮ ਸੌਂਪਿਆ ਗਿਆ। ਸੂਰਜ ਪ੍ਰਕਾਸ਼ ਵਿੱਚ ਇਸ ਗੱਲ ਦਾ ਉਲੇਖ ਕੀਤਾ ਗਿਆ ਹੈ ਵੀ ਪਿੰਡ ਗੁਮਟਾਲਾ, ਤੁੰਗ, ਸੁਲਤਾਨਵੰਡ, ਗਿਲਵਾਲੀ, ਇਹਨਾਂ ਪਿੰਡਾਂ ਦੀ ਜ਼ਮੀਨ ਖਰੀਦ ਕੇ 1570 ਦੇ ਵਿੱਚ ਇੱਕ ਨਵਾਂ ਨਗਰ ਵਸਾਉਣਾ ਆਰੰਭ ਕੀਤਾ। ਆਪ ਜੀ ਨੇ ਹੀ ਸਾਰੀ ਗੁਰੂ ਰਾਮਦਾਸ ਜੀ ਨੇ ਨਗਰ ਦੀ ਵਿਉਂਤਬੰਦੀ ਕੀਤੀ ਤੇ ਆਪਣੀ ਨਿਗਰਾਨੀ ਦੇ ਵਿੱਚ ਸ਼ਹਿਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ। ਪਾਣੀ ਦੀ ਜ਼ਰੂਰਤ ਪੂਰਨ ਕਰਨ ਦੇ ਲਈ ਸਭ ਤੋਂ ਪਹਿਲਾਂ ਤਲਾਅ, ਜਿਹਨੂੰ ਬਾਅਦ ਵਿੱਚ ਅਸੀਂ ਸੰਤੋਖਸਰ ਸਰੋਵਰ ਕਹਿੰਦੇ ਹਾਂ, ਇਹ ਖੁਦਾਇਆ, ਇਹ ਸਭ ਤੋਂ ਪਹਿਲਾਂ ਬਣਾਇਆ ਗਿਆ। 1573 ਵਿੱਚ ਸਰੋਵਰ ਦਾ ਟੱਕ ਲਾ ਕੇ ਜੋ ਅੱਜ ਅੰਮ੍ਰਿਤਸਰ ਦੇ ਨਾਮ, ਦਰਬਾਰ ਸਾਹਿਬ ਦੇ ਨਾਲ ਅੰਮ੍ਰਿਤਸਰ ਦੇ ਸਰੋਵਰ ਦੇ ਨਾਮ ਪ੍ਰਸਿੱਧ ਹੈ, ਇਹ 1573 ਵਿੱਚ ਇਹਦਾ ਟੱਕ ਲਾਇਆ ਗਿਆ। ਇਹ ਟੱਕ ਜਦੋਂ ਲਾਇਆ ਗਿਆ, ਇਸ ਤਾਲ ਦੀ ਖੁਦਾਈ ਜਿਹੜੀ ਸੀ ਸਿੱਖ ਸੰਗਤਾਂ ਨੇ ਬੜੇ ਤਨ ਮਨ ਨਾਲ ਕੀਤੀ, ਤੇ 1574 ਵਿੱਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਇਹ ਖੁਦਾਈ ਦਾ ਕੰਮ ਕੁਝ ਸਮੇਂ ਲਈ ਬੰਦ ਹੋ ਗਿਆ। ਦੁਬਾਰਾ 1577 ਦੇ ਵਿੱਚ ਇਹ ਕੰਮ ਫਿਰ ਸ਼ੁਰੂ ਹੁੰਦਾ ਹੈ ਤੇ 1581 ਵਿੱਚ ਇਹ ਕੰਮ ਜਿਹੜਾ ਹੈ ਸੰਪੂਰਨ ਹੁੰਦਾ ਹੈ। ਤਾਂ ਸਰੋਵਰਾਂ ਦੀ ਖੁਦਾਈ ਦੇ ਨਾਲ ਨਾਲ ਇੱਥੇ ਨਵੇਂ ਨਗਰ ਦੀ ਉਸਾਰੀ ਵੀ ਹੋਈ। ਗੁਰੂ ਕੇ ਮਹਿਲ ਇੱਥੇ ਬਣਾਏ ਗਏ, ਜਿਹੜੇ ਘਰ ਬਣਾਏ ਰਹਿਣ ਦੇ ਲਈ, ਉਹਨੂੰ ਗੁਰੂ ਕੇ ਮਹਿਲ ਅੱਜ ਵੀ ਕਿਹਾ ਜਾਂਦਾ ਹੈ। ਉਹ ਘਰ ਬਣਾਏ, ਉਹਨਾਂ ਦੇ ਨਾਲ ਲੱਗਦੇ ਵਪਾਰਕ ਕੇਂਦਰ ਇੱਥੇ ਬਣਾਏ, ਗੁਰੂ ਕਾ ਬਾਜ਼ਾਰ ਬਣਾਇਆ, ਗੁਰੂ ਕਾ ਚੱਕ ਦਾ ਨਾਮ ਰੱਖਿਆ, ਬਾਅਦ ਵਿੱਚ ਇਹਦਾ ਚੱਕ ਰਾਮਦਾਸ, ਫਿਰ ਰਾਮਦਾਸਪੁਰ, ਤੇ ਫਿਰ ਅੰਮ੍ਰਿਤਸਰ ਇਹਦਾ ਨਾਮ ਜਿਹੜਾ ਹੈ ਉਹ ਪੈਂਦਾ ਹੈ। ਸ਼ਹਿਰ ਦਾ ਆਖਰੀ ਨਾਮ ਅੰਮ੍ਰਿਤਸਰ ਸਰੋਵਰ ਦੇ ਨਾਮ ਤੇ ਹੀ ਜਿਹੜਾ ਹੈ ਉਹ ਪ੍ਰਸਿੱਧ ਹੋਇਆ, ਜੋ ਸਰੋਵਰ ਉੱਥੇ ਬਣਿਆ ਸੀ। 1574 ਚ ਗੁਰੂ ਰਾਮਦਾਸ ਜੀ ਗੁਰੂ ਬਣਦੇ ਹਨ ਤੇ ਫਿਰ ਇੱਥੇ ਆ ਕੇ ਟਿਕਦੇ ਹਨ। ਸੰਗਤਾਂ ਦੀ ਆਵਾਜਾਈ ਜਿਹੜੀ ਹੈ ਉਹ ਵੱਧਦੀ ਹੈ। ਇਹ ਮੈਂ ਉਹ ਸਾਰੇ ਥੜੇ ਬਣਾਉਣ ਵਾਲੀਆਂ ਪ੍ਰੀਖਿਆ ਤੇ ਦੂਜੀਆਂ ਪ੍ਰੀਖਿਆ ਜਿਹੜੀਆਂ ਨੇ ਮੈਂ ਉਹਦਾ ਜ਼ਿਕਰ ਨਹੀਂ ਕਰ ਰਿਹਾ, ਕਿਉਂਕਿ ਆਪ ਜੀ ਨੇ ਉਹ ਕਹਾਣੀਆਂ ਸਾਰੀਆਂ ਕਈ ਵਾਰ ਸੁਣੀਆਂ ਹੋਈਆਂ ਹਨ, ਕਈ ਸਾਖੀਆਂ ਸੁਣੀਆਂ ਹੋਈਆਂ ਹਨ, ਜਿਹੜੀਆਂ ਸਾਖੀਆਂ ਬਾਰ-ਬਾਰ ਜਿਹੜੀਆਂ ਹਨ ਆਪ ਸੁਣਦੇ ਰਹਿੰਦੇ ਹੋ। ਇਸ ਵਾਸਤੇ ਉਹਨਾਂ ਦਾ ਮੈਂ ਬਹੁਤਾ ਜ਼ਿਕਰ ਆਪ ਜੀ ਦੇ ਨਾਲ ਨਹੀਂ ਕਰ ਰਿਹਾ, ਤਦ ਕਿ ਅਸੀਂ ਅੱਗੇ ਤੁਰਦੇ ਹੋਈਏ। ਹੁਣ ਸੇਵਕ ਤੋਂ ਸਤਿਗੁਰੂ ਬਣ ਜਾਣਾ ਇੱਕ ਛੋਟੀ ਗੱਲ ਨਹੀਂ ਸੀ। ਜਿਹੜਾ ਖਿਆਲ ਕਰਨਾ, ਇੱਕ ਜੋਤ ਜਦੋਂ ਦੂਜੇ ਜੋਤ ਵਿੱਚ ਜਾਂਦੀ ਹੈ, ਅਕਾਲ ਪੁਰਖ ਦੀ ਰੂਹਾਨੀ ਜੋਤ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੀ ਅਕਾਲ ਪੁਰਖ ਤੋਂ ਪ੍ਰਾਪਤ ਹੋਈ, ਉਹ ਗੁਰੂ ਅੰਗਦ ਦੇਵ ਦੇ ਹਿਰਦੇ 'ਚ ਉਹਦਾ ਪ੍ਰਵੇਸ਼ ਹੁੰਦਾ ਹੈ। ਉਸ ਤੋਂ ਬਾਅਦ ਇਹ ਪਾਰਸ ਕਲਾ ਜਿਹੜੀ ਵਰਤਦੀ ਹੈ, ਇਹ ਗੁਰੂ ਅੰਗਦ ਵਿੱਚ ਆ ਕੇ ਟਿਕ ਜਾਂਦੀ ਹੈ। ਫਿਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਲੱਗਿਆਂ ਗੁਰੂ ਅੰਗਦ ਦੇਵ ਜੀ ਨਾਨਕ ਜੋਤ ਦਾ ਪ੍ਰਕਾਸ਼ ਜਿਹੜਾ ਹੈ ਇਹ ਗੁਰੂ ਅਮਰਦਾਸ ਅੰਦਰ ਹੁੰਦਾ ਹੈ, ਤੇ ਗੁਰੂ ਅਮਰਦਾਸ ਜੀ ਦਾ ਇਹ ਫਿਰ ਨਾਨਕ ਜੋਤ ਦਾ ਪ੍ਰਕਾਸ਼ ਹੁਣ ਗੁਰੂ ਰਾਮਦਾਸ ਜੀ ਦੇ ਵਿੱਚ ਹੁੰਦਾ ਹੈ। ਤਾਂ ਇੱਕ ਸ਼ਖਸੀਸ, ਇਹ ਗੱਲ ਬੜੀ ਸਪਸ਼ਟ ਹੈ ਵੀ ਇੱਥੇ ਕਦਰ ਜੋਤ ਦੀ ਹੈ, ਸਰੀਰਾਂ ਦੀ ਨਹੀਂ ਹੈ, ਕਿਉਂਕਿ ਆਪਣੇ ਜਿਉਂਦੇ ਜੀ ਜੋਤ ਦੂਜੇ ਗੁਰੂ ਅੰਦਰ ਨੂੰ ਦੇ ਕੇ, ਸ਼ਬਦ ਦਾ ਉਹ ਖਜ਼ਾਨਾ ਦੇ ਕੇ, ਉਹ ਸਭ ਕੁਝ ਦੇ ਕੇ ਸਤਿਗੁਰੂ ਜੀ ਆਪ ਮੱਥਾ ਜਾਂ ਨਮਸਕਾਰ ਦੂਜੇ ਗੁਰੂ ਅੱਗੇ ਕਰ ਦਿੰਦੇ, ਇਹ ਦੱਸਣ ਲਈ ਕਿ ਸਰੀਰਾਂ ਦੀ ਵੈਲਿਊ ਨਹੀਂ ਹੈ, ਇਹ ਕਦਰ ਉਸ ਸ਼ਬਦ ਦੀ ਹੈ, ਉਸ ਜੋਤ ਦੀ ਹੈ, ਜਿਹੜੀ ਜੋਤ ਦੂਜੇ ਗੁਰੂ ਵਿੱਚ ਜਾ ਕੇ ਟਿਕਦੀ ਹੈ। ਰਾਮਕਲੀ ਕੀ ਵਾਰ ਜਦੋਂ ਅਸੀਂ ਪੜ੍ਹਦੇ ਹਾਂ, ਸੱਤੇ ਦੇ ਬਲਵੜ ਦੀ ਲਿਖੀ ਹੋਈ ਜਿਹੜੀ ਵਾਰ ਹੈ, ਉਹਦੇ ਜਦੋਂ ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ ਦੀ ਗੱਲ ਅਸੀਂ ਪੜ੍ਹਦੇ ਹਾਂ ਤੇ ਗੱਲ ਸਪਸ਼ਟ ਹੋ ਜਾਂਦੀ ਹੈ। ਭਾਈ ਨੰਦ ਲਾਲ ਸਿੰਘ ਜੀ ਨੇ ਵੀ ਜਦੋਂ ਜੋਤ ਵਿਕਾਸ ਵਿੱਚ ਦੇ ਇੱਕ ਗੱਲ ਨੂੰ ਬੜਾ ਸਪਸ਼ਟ ਕੀਤਾ ਵੀ 10 ਗੁਰੂ ਇੱਕ ਜੋਤ ਜਿਹੜੇ ਹਨ ਉਹ ਕਿਵੇਂ ਹਨ, ਵੀ ਨਾਨਕ ਵੀ ਉਹ ਜੋਤ ਹੈ, ਅੰਗਦ ਵੀ ਉਹੀ ਹੈ, ਬਖਸ਼ਿਸ਼ ਤੇ ਵਡਿਆਈ ਦਾ ਮਾਲਕ ਗੁਰੂ ਅਮਰਦਾਸ ਵੀ ਉਹ ਹੈ, ਉਹੀ ਰਾਮਦਾਸ ਹੈ, ਉਹੀ ਅਰਜਨ ਹੈ, ਸਭ ਤੋਂ ਵੱਡਾ ਚੰਗੇਰਾ ਹਰਗੋਬਿੰਦ ਵੀ ਉਹੀ ਹੈ, ਉਹੀ ਹਰ ਰਾਏ ਕਰਤਾ ਗੁਰੂ ਹੈ, ਜਿਸ ਨੂੰ ਗੁਰੂ ਸ਼ਾਇਦ ਦੀ ਸਿੱਧ ਪੁੱਟ ਸਾਫ਼ ਪ੍ਰਗਟ ਹੋ ਜਾਂਦੀ ਹੈ, ਉਹੀ ਸ੍ਰੀ ਹਰਕ੍ਰਿਸ਼ਨ ਹਨ। ਤੋ ਇਸੇ ਤਰ੍ਹਾਂ ਹੀ ਉਹ ਗੁਰੂ ਗੋਬਿੰਦ ਸਿੰਘ ਹੈ, ਉਹੀ ਨਾਨਕ ਗੁਰੂ ਹੈ। ਇਹ ਸਾਰਾ ਕੁਝ ਅਖੀਰ ਤੇ ਉਹ ਲਿਖਦੇ ਹਨ ਕਿ ਉਸ ਦੇ ਸ਼ਬਦ ਜਵਾਹਰਾਤ ਦੇ ਇਹ ਸਾਰੇ ਮਾਨਕ ਮੋਤੀ ਹਨ। ਭਾਈ ਨੰਦ ਲਾਲ ਸਿੰਘ ਜੀ ਵੀ ਇਹ ਗੱਲ ਲਿਖਦੇ ਹਨ। ਤੋ ਨਾਨਕ ਜੋਤ ਦੇ ਅਧਿਕਾਰੀ ਉਹ ਗੁਰਸਿੱਖ ਬਣਦੇ ਰਹੇ ਜਿਨ੍ਹਾਂ ਨੇ ਗੁਰੂ ਨੂੰ ਆਪ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਸੀ। ਗੁਰੂ ਸੇਵਾ ਵਿੱਚ ਜਿਨ੍ਹਾਂ ਦਾ ਜੀਵਨ ਗੁਰੂ ਸੇਵਾ, ਉਹਨਾਂ ਦਾ ਜੀਵਨ ਮਨੋਰਥ ਗੁਰੂ ਦੀ ਸੇਵਾ ਹੁੰਦਾ ਸੀ। ਗੁਰੂ ਦੇ ਹੁਕਮਾਂ ਨੂੰ ਮੰਨਣਾ ਉਹਨਾਂ ਦੀ ਨਿਤ ਦੀ ਰੋਜ਼ ਦੀ ਕਾਰ ਹੁੰਦੀ ਸੀ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਦੇ ਇਸ ਕਸਵੱਟੀ ਤੇ ਪੂਰੇ ਨਾ ਉਤਰੇ, ਉਹ ਭਾਵੇਂ ਪੁੱਤਰ ਸਨ, ਗੁਰੂ ਨਾਨਕ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਪੁੱਤਰੀ ਕੌਲ ਨਾ ਪਾਲਿਓ ਦੀ ਗੱਲ ਹੋਈ ਹੈ, ਗੁਰੂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ।
ਉਹਨਾਂ 'ਚ ਜੋਤ ਵੀ ਗੁਰੂ ਦੀ ਨਹੀਂ ਟਿਕੀ। ਭਾਵੇਂ ਜੋਤ ਵੱਡੀ ਉਮਰ ਨੂੰ ਦੇਣੀ ਪਈ, ਉਹ ਗੁਰੂ ਬਾਬਾ ਅਮਰਦਾਸ ਵਿੱਚ ਟਿਕਾਈ ਗਈ। ਇਸੇ ਤਰ੍ਹਾਂ ਇੱਕ ਯਤੀਮ ਬੱਚਾ ਜਦੋਂ ਇਹ ਸੰਪੂਰਨ ਦੀਆਂ ਪੌੜੀਆਂ ਨੂੰ ਚੜ੍ਹ ਜਾਂਦਾ ਹੈ, ਇਹ ਗੁਰੂ ਨਾਨਕ ਦੀ ਜੋਤ ਉਹਦੇ ਵਿੱਚ ਟਿਕਾ ਦਿੱਤੀ ਗਈ। ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਦੂ ਜੀ ਤੇ ਦਾਸੂ ਜੀ ਉਹ ਵੀ ਨਾਰਾਜ਼ ਹੋਏ, ਤੇ ਇਸੇ ਤਰ੍ਹਾਂ ਮੋਹਨ ਜੀ ਤੇ ਮੋਹਰੀ ਜੀ, ਮੋਹਰੀ ਪੁੱਤ ਸਨਮੁਖ ਹੁੰਦਾ ਤੇ ਮੋਹਨ ਜਿਹੜਾ ਸੀ ਉਹ ਥੋੜਾ ਜਿਹਾ ਵਿਗਾੜ ਪੈਦਾ ਹੁੰਦਾ। ਪਰ ਇਹ ਕਹਿ ਸਕਦੇ ਹਾਂ ਕਿ ਮੋਹਨ ਜੀ ਜਿੱਥੇ ਝਮੇਲਿਆਂ ਤੋਂ ਦੂਰ ਉਪਰਾਮਤਾ ਵਾਲੀ ਜ਼ਿੰਦਗੀ ਜਿਉਂਦੇ ਸਨ, ਮਸਤਾਨੇ ਜੇ ਬਣ ਕੇ ਰਹਿੰਦੇ ਸਨ, ਉੱਥੇ ਮੋਹਰੀ ਜੀ ਮਾਇਆਵਾਦੀ ਰੁਚੀਆਂ ਦੇ ਸ਼ਿਕਾਰ ਜ਼ਰੂਰ ਸਨ। ਧਨ ਜਾਇਦਾਦ ਦਾ ਵੱਲ ਉਹਨਾਂ ਦਾ ਵਧੇਰੇ ਖਿਆਲ ਸੀ। ਗੁਰੂ ਅਮਰਦਾਸ ਜੀ ਦੇ ਦੋਵੇਂ ਜਵਾਈ ਜਿਹੜੇ, ਇੱਕ ਜੇਠਾ ਜੀ ਤੇ ਇੱਕ ਰਾਮਾ ਜੀ, ਬੀਬੀ ਦਾਨੀ ਜੀ ਦਾ ਪਤੀ ਜੋ ਰਾਮਾ ਜੀ ਉਹ ਸਨ, ਉਹ ਸੇਵਾ ਵਾਲਾ ਜੀਵਨ ਬਤੀਤ ਜ਼ਰੂਰ ਕਰ ਰਹੇ ਸਨ, ਪਰ ਜਿਹੜੀ ਨਿਸ਼ਕਾਮ ਹੋ ਕੇ ਸੇਵਾ ਕੀਤੀ ਗੁਰੂ ਭਾਈ ਜੇਠੇ ਨੇ, ਉਹ ਸੇਵਾ ਹੀ ਪ੍ਰਵਾਨ ਹੋਈ। ਜੇਠਾ ਜੀ ਨੇ ਆਪਾ ਤਿਆਗ ਕੇ ਨਿਮਰਤਾ, ਹਲੀਮੀ, ਮਿੱਠ ਬੋਲਣਾ, ਸੰਗਤਾਂ ਦੀ ਨਿਸ਼ਕਾਮ ਸੇਵਾ, ਉਸ ਪ੍ਰਭੂ ਦੀ ਪ੍ਰੀਤ, ਗੁਰੂ ਦੇ ਹੁਕਮਾਂ ਨੂੰ ਬਿਨਾਂ ਕਿਸੇ ਦਲੀਲ ਤੋਂ, ਹੀਲ ਹੁਜਤ ਤੋਂ ਮੰਨਣਾ। ਗੁਰੂ ਅਮਰਦਾਸ ਜੀ ਦੇ, ਇਹ ਕਹਿ ਸਕਦਾ ਹਾਂ ਕਿ ਗੁਰੂ ਅਮਰਦਾਸ ਜੀ ਦੇ ਮਨ ਨੂੰ ਇਹਨਾਂ ਗੁਣਾਂ ਨੇ ਹੀ ਜਿੱਤ ਲਿਆ। ਤਾਂ ਉਹਨਾਂ ਗੁਰੂਆਂ ਨੇ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਵੀ ਦਿੱਤਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਤ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗਾ ਜੁਗ ਨਿਰਾਲੀ। ਇਹ ਹੈ ਭਗਤਾਂ ਦਾ ਗੁਣ, ਇਹ ਹੈ ਸੇਵਾ ਦਾ ਗੁਣ। ਇਹੋ ਜਿਹਾ ਜੀਵਨ ਹੁੰਦਾ ਭਗਤਾਂ ਦਾ, ਤੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਵੀ ਕਦੀ ਨਹੀਂ ਹੁੰਦਾ। ਇਹ ਵੀ ਗੱਲ ਆਨੰਦ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਇਹ ਗੱਲ ਸਭ ਤੋਂ ਔਖੀ ਹੈ, ਜਿਉ ਰਹੇ ਗੁਰ ਨਾਲੇ। ਫਿਰ ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮੇ ਸਮਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਇਹ ਹੈ ਸਿੱਖ ਜਿਹੜੇ ਸਨਮੁਖ ਹੋ ਜਾਂਦੇ ਹਨ। ਇਹ ਹੈ ਉਸ ਸਿੱਖ ਦਾ ਜੀਵਨ। ਇਹ ਘਾਲਣਾ ਬਾਬਾ ਰਾਮਦਾਸ ਜੀ ਦੀ, ਇਹੀ ਗੱਲ ਗੁਰੂ ਸਾਹਿਬ ਜੇਠਾ ਜੀ ਜਿਹੜੇ ਪ੍ਰਵਾਨ ਹੋਏ, ਬਖਸ਼ਿਸ਼ ਹੋਏ। ਤੇ ਇਸੇ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਨੇ ਉਹ ਜਿਹੜਾ ਸੀ ਗੱਦੀ ਦਾ ਤਖਤ ਜਿਹੜਾ ਸੀ ਉਹ ਦਿੱਤਾ। ਤੇ ਖਿਆਲ ਕਰਨਾ, ਜਦੋਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਚੌਂਕੀ ਤੇ ਬਿਠਾ ਕੇ ਭਰੇ ਦੀਵਾਨ ਵਿੱਚ ਮੱਥਾ ਟੇਕਿਆ, ਤਾਂ ਵਿਰਾਗ ਵਿੱਚ ਆ ਗਏ ਗੁਰੂ ਰਾਮਦਾਸ ਪਾਤਸ਼ਾਹ ਤੇ ਬੋਲੇ ਕਿ ਪਾਤਸ਼ਾਹ, ਤੂੰ ਆਪ ਜਾਣਦਾ ਹੈ, ਜਦੋਂ ਮੈਂ ਜਦੀਮ ਲਾਹੌਰ ਦੀਆਂ ਗਲੀਆਂ ਵਿੱਚ ਨਿਆਸਰਾ ਹੋ ਕੇ ਨਿਕਲਿਆ ਸਾਂ, ਤਦੋਂ ਮੇਰਾ ਕੀ ਹਾਲ ਸੀ। ਮੈਂ ਗਲੀਆਂ ਦੇ ਕੱਖਾਂ ਵਾਂਗੂ ਰੁਲਣ ਵਾਲਾ, ਲਾਹੌਰ ਨਿਵਾਸੀ ਮੇਰੇ ਸਾਕ, ਕੋਈ ਵੀ ਮੇਰੀ ਬਾਂਹ ਫੜਨ ਨੂੰ ਤਿਆਰ ਨਾ ਹੋਇਆ। ਨਾਨੀ ਨੇ ਮੈਨੂੰ ਗਲੇ ਨਾਲ ਲਾਇਆ, ਪਰ ਨਾਨੀ ਵਿਚਾਰੀ ਵੀ ਤਾਂ ਗਰੀਬੜੀ ਸੀ, ਨਾਨੀ ਵੀ ਤਾਂ ਗਰੀਬੜੀ ਸੀ। ਪਾਤਸ਼ਾਹ, ਨਿੱਕੇ ਜੇ ਕੀੜੇ ਦੀ ਕਿਉਂ ਪਾਇਆ, ਬਸ ਮੈਂ ਇੱਕ ਕੀੜਾ ਸਾਂ। ਮੇਰੇ ਸਤਿਗੁਰਾ, ਇਹ ਤੇਰੀ ਮਿਹਰ ਹੋਈ, ਤੂੰ ਮੈਨੂੰ ਪਿਆਰ ਨਾਲ ਵੇਖਿਆ ਤੇ ਯਤੀਮ ਦੀ ਬਾਂਹ ਫੜੀ, ਮੈਨੂੰ ਮਿੱਟੀ ਵਿੱਚ ਰੁਲਦੇ ਨੂੰ ਅੱਜ ਤੂੰ ਅਰਸ਼ਾਂ ਤੇ ਪੜਾ ਦਿੱਤਾ ਹੈ। ਤੇ ਜਦੋਂ ਗੁਰੂ ਰਾਮਦਾਸ ਜੀ ਨੇ ਗੌੜੀ ਬਰਾਗਣ ਵਿੱਚ ਸ਼ਬਦ ਲਿਖੇ, ਜੋ ਹੰਬਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਇਹ ਹੈ ਉਹ ਘੜੀ, ਇਹ ਹੈ ਸਤਿਗੁਰੂ ਜੀ ਦੇ ਜੀਵਨ ਦੀ ਗਾਥਾ, ਜੋ ਗੁਰੂ ਬਣਨ ਤੱਕ ਹੈ, ਜੋ ਮੈਂ ਕੇਵਲ ਆਪ ਜੀ ਨਾਲ ਸਾਂਝੀ ਕਰ ਸਕਿਆ ਹਾਂ। ਅੱਜ ਦੀ ਵਿਚਾਰਾਂ ਨੂੰ ਇੱਥੇ ਹੀ ਸਮਾਪਤੀ ਕਰਦਾ ਹਾਂ। ਬਾਕੀ ਅੰਮ੍ਰਿਤਸਰ ਦੀਆਂ ਸਿੱਖਾਂ ਦੇ ਨਾਲ ਵਿਚਾਰਾਂ, ਗੋਸ਼ਟੀਆਂ, ਗੁਰੂ ਉਪਦੇਸ਼, ਗੁਰੂ ਰਾਮਦਾਸ ਜੀ ਦੀ ਬਾਣੀ, 30 ਰਾਗਾਂ ਦੇ ਵਿੱਚ ਕਿੰਨੀ ਉਹਨਾਂ ਨੇ ਬਾਣੀ ਰਚੀ। ਇਹ ਬਹੁਤ ਵਿਚਾਰਾਂ ਹਨ ਗੁਰੂ ਰਾਮਦਾਸ ਦੇ ਜੀਵਨ ਦੀਆਂ, ਜਿਹੜੀਆਂ ਫਿਰ ਕਦੀ ਸਮਾਂ ਮਿਲਣ ਤੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਕਿ ਸਮਾਂ ਖਤਮ ਹੋ ਚੁੱਕਾ ਹੈ। ਇੱਥੇ ਹੀ ਆਪਸ ਨੂੰ ਦੋ ਹੱਥ ਜੋੜ ਕੇ ਮਾਫੀ ਮੰਗ ਰਿਹਾ ਹਾਂ। ਬਹੁਤ ਸਾਰੀਆਂ ਗਲਤੀਆਂ, ਭੁੱਲਾਂ ਇਤਿਹਾਸ ਨੂੰ ਆਉਂਦਿਆਂ ਹੋ ਗਈਆਂ ਹਨ। ਕਿਰਪਾ ਕਰਕੇ ਬਖਸ਼ ਦੇਣਾ ਜੀ, ਤੇ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਸੰਗਤ